तिलंग तो प्रसाद कथता जाबी संख शब्द कहराए जे हुते सूर जट धारी तिन तिन तुरंग नचाए। ਜਦੋਂ ਸੰਖ ਵੱਜੇ ਜੰਗ ਦੇ ਮੈਦਾਨ 'ਚ ਆ ਕੇ, ਪਰ ਜਿਹੜੇ ਜਿਹੜੇ ਯੋਧੇ ਸੀ ਉਹਨਾਂ ਨੇ ਘੋੜਿਆਂ 'ਤੇ ਚੜ੍ਹ ਗਏ। ਫਿਰ ਘੋੜਿਆਂ 'ਤੇ ਚੜ੍ਹ ਕੇ ਘੋੜਿਆਂ ਦੇ ਅੱਡੀਆਂ ਮਾਰੀਆਂ ਤੇ ਘੋੜੇ ਨੱਚੇ। ਫਿਰ ਤਾਂ ਘੋੜਾ ਜਾਂ ਜੰਗ ਨੂੰ ਜਾਂਦੇ ਨੇ, ਉਹ ਫਿਰ ਆਪਣੇ ਹਿਸਾਬ ਨਾਲ ਫਿਰ ਉਹ ਤਰੰਗ ਨਚਾਏ ਹੀ ਕਹਿੰਦੇ ਨੇ, ਉਹਨੂੰ ਨੱਚਦੇ ਨੇ ਘੋੜੇ। ਜਾਂ ਚੋਟ ਨਗਾਰੇ 'ਤੇ ਪੈਂਦੀ ਆ, ਉਹਨਾਂ ਨੂੰ ਪਤਾ ਲੱਗਦਾ, ਘੋੜਿਆਂ ਨੂੰ ਵੀ ਪਤਾ ਲੱਗ ਜਾਂਦਾ। ਉਹ ਵੀ ਫਿਰ ਅਗਲੇ ਪੈਰ ਚੱਕ ਚੱਕ ਕੇ ਖੜੇ ਹੁੰਦੇ। तिलंग तो प्रसाद कथता जाबी संख शब्द कहराए जे हुते सूर जट धारी तिन तिन तुरंग नचाए। ਜਾਂ ਸੰਖਾਂ ਨੇ ਘੋਰ ਪਾਤੀ ਨਾ, ਵੱਜੇ ਸੰਖ। ਇੱਕ ਉਹ ਕਿਹੜਾ ਸੰਖ ਇੱਕ ਸੀ, ਦੋਹਾਂ ਪਾਸਿਆਂ ਦੇ ਵੱਜੇ, ਸਾਰਾ ਆਕਾਸ਼ ਗੂੰਜ ਗਿਆ। ਜਿਹਨੇ ਜਟਾ ਧਾਰੀ ਪਤਾ ਲੱਗ ਗਿਆ ਨਾ ਵੀ ਹੁਣ ਜੰਗ ਦਾ ਟਾਈਮ ਹੈ। ਜਿਹੜੇ ਜਟ ਧਾਰੀ ਸੀ ਤਿੰਨ ਤਿੰਨ ਤਰੰਗ ਨਚਾਏ। ਤਰੰਗ ਨਚਾਏ। ਜਟ ਧਾਰੀ ਨੂੰ ਸੂਰਮਾ ਮੰਨਿਆ ਗਿਆ। ਸ਼ੇਰ ਜਟ ਧਾਰੀ ਹੁੰਦਾ, ਜਿਹੜਾ ਸ਼ੇਰ ਹੈ ਨਾ, ਦੇਖਿਆ ਉਹਦੇ ਗਰਦਨ ਤੇ ਵਾਲ ਕਿੰਨੇ ਕਿਹੜੇ ਹੁੰਦੇ ਨੇ। ਜਟ ਧਾਰੀ ਕਰਕੇ ਹੀ ਸ਼ੇਰ ਲਿਖਿਆ ਇਹਨੂੰ। ਸਿੰਘ ਨਾਂ ਤਾਂ ਹੀ ਹੈ। ਉਹਨਾਂ ਨੂੰ ਚਾਅ ਚੜ੍ਹਦਾ ਜੰਗ 'ਚ, ਘੋੜਿਆਂ ਨੂੰ ਵੀ ਚਾਅ ਚੜ੍ਹਦਾ ਜੰਗ 'ਚ। ਦੇਖੋ ਨੱਚੂ ਆਦਮੀ ਖੁਸ਼ੀ 'ਚ, ਗਮ 'ਚ ਨਹੀਂ ਨੱਚਦਾ ਕਦੇ। ਘੋੜਿਆਂ ਨੂੰ ਪਤਾ ਹੈ ਜੰਗ 'ਚ ਤਲਵਾਰਾਂ ਚੱਲਦੀਆਂ ਨੇ, ਵਰਸ਼ੇ ਚੱਲਦੇ, ਉਹਨਾਂ ਦੇ ਵੀ ਲੱਗਦੇ ਨੇ, ਗੋਲੀਆਂ ਵੀ ਚੱਲਦੀਆਂ, ਤੀਰ ਵੀ ਚੱਲਦੇ, ਘੋੜਿਆਂ ਦੇ ਵੀ ਵੱਜ ਜਾਂਦੇ ਨੇ। ਪਰ ਫੇਰ ਵੀ ਘੋੜੇ ਜੰਗ 'ਚ ਜਾ ਕੇ ਬੜੇ ਖੁਸ਼ ਹੁੰਦੇ ਨੇ। ਚਕਰਤ ਭਈ ਗਗਨ ਕੀ ਤਰਨੀ ਦੇਵ ਅਦੇਵ ਤਰਸਾਏ। ਗਗਨ ਕੀ ਤਰਨੀ ਜਿਹੜੀ ਹੈ ਚੱਕਰਤ ਹੋ ਗਈ। ਗਗਨ ਕੀ ਤਰਨੀ ਅਸਲ ਦੇ ਵਿੱਚ ਜਿਹੜੇ ਮੱਤਾਂ ਨੇ ਨਾ, ਸਾਰੀਆਂ ਮੱਤਾਂ ਜਿਹੜੀਆਂ ਵੀ ਸੰਸਾਰ ਦੇ ਵਿੱਚ ਹੁੰਦੀਆਂ ਨੇ, ਇਹ ਗਗਨ ਨਾਲੇ ਜੋੜਦੀਆਂ ਨੇ। ਜਦੋਂ ਕਵਿਤਾ ਸ਼ੁਰੂ ਹੁੰਦੀ ਹੈ ਆਦਮੀ ਦੇ ਵਿੱਚ ਨਾ, ਕਵਿਤਾ ਹੁੰਦੀ ਹੈ, ਉਦੋਂ ਗਗਨ ਨਾਲ ਜੁੜਨ ਲੱਗ ਜਾਂਦਾ। ਉਡਾਨ ਕਹਿੰਦੇ ਨੇ ਕਵੀ ਦੀ ਉਡਾਰੀ। ਕਵੀ ਹੋਵੇ, ਫਿਲੋਸਫਰ ਹੋਵੇ, ਉਹਦੀ ਉਡਾਰੀ ਫਿਰ ਆਕਾਸ਼ ਦੇ ਵਿੱਚ ਹੁੰਦੀ ਹੈ ਜ਼ਿਆਦਾ, ਜ਼ਮੀਨ ਨਾਲ ਘੱਟ ਜੁੜਦਾ। ਲਿਖਿਆ ਹੀ ਅੱਜ ਜਾਂਦਾ ਜਾਂ ਆਕਾਸ਼ ਨਾਲ ਜੁੜੇ ਹੋ, ਉੱਤੇ ਉੱਠ ਕੇ ਲਿਖਦੇ ਨੇ। ਉਹ ਗਗਨ ਦੀਆਂ ਬਾਲਾ, ਗਗਨ ਕੀ ਬਾਲਾ, ਗਗਨ ਕੀ ਤਰਨੀ, ਗਗਨ ਕੀ ਤਰਨੀ, ਦੇਵ ਦੇਵ ਤਰਸਾਏ, ਉਹ ਜੁੜਿਆ ਜਾਂਦਾ। ਦੇਵ ਔਰ ਅਦੇਵ ਜਿਹੜੇ ਨੇ, ਬਾਕੀ ਸਾਰੀਆਂ ਮੱਤਾਂ ਜਿੰਨੀਆਂ ਨੇ ਉਹ ਦੇਖਦੀਆਂ ਨੇ ਵੀ ਦੇਖਦਿਆਂ ਫੈਸਲਾ ਕੀ ਹੁੰਦਾ। ਝੰਡੀ ਦਾ ਘੋਲ ਹੁੰਦਾ, ਦੂਏ ਭਲਵਾਨ ਵੀ ਤਾਂ ਬੈਠੇ ਨੇ ਥੱਲੇ ਵਾਲੇ, ਜਿਹੜੇ ਝੰਡੀ ਤੇ ਨਹੀਂ ਜਾਂਦੇ ਉਹ ਵੀ ਤਾਂ ਭਲਵਾਨ ਹੈਗੇ। ਆਪਣੇ ਆਪਣੇ ਏਰੀਏ ਦੇ ਸਾਰੇ ਭਲਵਾਨ ਹੁੰਦੇ ਨੇ। ਝੰਡੀ ਦਾ ਭਲਵਾਨ ਤਾਂ ਇੱਕ ਖਾਸ ਏਰੀਏ ਦਾ ਹੁੰਦਾ ਨਾ, ਇੱਕੋ ਹੀ ਹੁੰਦਾ ਨਾ। ਇਹ ਦੋ ਹੁੰਦੇ ਨੇ, ਦੋਹਾਂ 'ਚੋਂ ਕੌਣ ਜਿੱਦਾਂ ਕੌਣ ਹਾਰਦਾ। ਬਾਕੀ ਜਿਹੜੇ ਹੁੰਦੇ ਨੇ ਉਹ ਦੇਖਦੇ ਹੁੰਦੇ ਨੇ। ਦੇਵ ਔਰ ਅਦੇਵ ਤਰਸਾਏ, ਦੇਵਤੇ ਵੀ ਔਰ ਅਦੇਵ ਵੀ, ਉਹ ਵੀ ਤਰਸੇ ਡਰੇ ਬੈਠੇ ਨੇ। ਕਿਹਦੇ ਹੱਕ 'ਚ ਫੈਸਲਾ ਹੁੰਦਾ ਹੈ? ਕਿਉਂ ਦੇਵਤਿਆਂ ਨੂੰ ਔਰ ਦੈਂਤਾਂ ਨੂੰ, ਦੋਹਾਂ ਨੂੰ ਚਿੰਤਾ ਹੁੰਦੀ ਹੈ। ਜੇ ਸੱਚ ਜਿੱਤ ਜਵੇ, ਦੇਵ ਔਰ ਅਦੇਵ ਦੋਹਾਂ ਨੂੰ ਫਿਕਰ। ਦੇਵਤਿਆਂ ਨੂੰ ਵੀ ਸਿੱਧੇ ਹੋਣਾ ਪੈਂਦਾ ਹੈ। ਜਿਹੜੇ ਮੰਦਰਾਂ 'ਚ ਨੇ ਲੋਕ ਬੈਠੇ, ਆਪਣੇ ਆਪ ਨੂੰ ਪੁਜਾਰੀ ਸਮਝਦੇ ਨੇ, ਆਪਣੇ ਆਪ ਨੂੰ ਧਾਰਮਿਕ ਸਮਝਦੇ ਨੇ, ਧਾਰਮਿਕ ਆਗੂ ਸਮਝਦੇ ਨੇ, ਦੇਵਤੇ ਮੰਨੇ ਗਏ ਨੇ, ਦੇਵਤਿਆਂ ਦੀ ਪੂਜਾ ਜੋ ਕਰਦੇ ਨੇ ਉੱਥੇ, ਇਹਨਾਂ 'ਚ ਵੀ ਵਾਲ ਬਹੁਤ ਹੁੰਦੇ ਨੇ। ਮਨਮਰਜ਼ੀ ਕਰਦੇ ਹੁੰਦੇ ਨੇ। ਮਨਮਰਜ਼ੀ ਜਿੱਥੇ ਹੈ ਉੱਥੇ ਵਾਲ ਆ ਜਾਂਦੇ ਨੇ। ਮਨਮਰਜ਼ੀ ਉਹ ਵਾਲ ਹੈ, ਹੋਰ ਵਾਲ ਕੀ। ਇਹਨਾਂ ਦੇ ਵਾਲ ਵੀ ਕੱਢ ਦਿੰਦਾ ਉਹ। ਸੱਚ ਨਹੀਂ ਵਾਲ ਰਹਿਣ ਦਿੰਦਾ ਕਿਸੇ ਦੇ। ਸੱਚ ਤਾਂ ਗੱਜ ਕਰ ਦਿੰਦਾ। ਮਨ ਮੇਰਾ ਗੱਜ, ਜੀਭਾ ਮੇਰੀ ਕਾਤੀ। ਜੀਭਾ ਕਾਤੀ ਹੈ ਨਾ, ਜੀਭ ਨਹੀਂ ਰਹਿੰਦੀ। ਉਹ ਤਾਂ ਬਸ ਜੋ ਕੁਛ ਹੈ ਬੋਲ ਦਿੰਦੀ ਹੈ। ਜਿੱਥੇ ਵੀ ਵਾਲ ਹੁੰਦਾ ਉੱਥੇ ਹੀ ਪੈਂਦੀ ਹੈ ਕਾਤੀ। ਫਿਰ ਵਾਲ ਨਹੀਂ ਛੱਡਦੀ ਹੈ ਕਿਸੇ 'ਚ।
ਅਦੇਵ ਤਾਂ ਵਿਚਾਰੇ ਚਲੋ ਅਦੇਵ ਤਾਂ ਮੁਨਕਰ ਹੁੰਦੇ ਨੇ, ਉਹਨਾਂ ਨੂੰ ਤਾਂ ਐਂ ਹੁੰਦਾ ਵੀ ਮੁਨਕਰ ਮੰਨਣਾ ਪਊਗਾ। ਉਨੇ ਹੀ ਦੇਵਤੇ ਉਨੇ ਹੀ ਅਦੇਵ, ਦੋ ਹੀ ਡਰਦੇ ਹੁੰਦੇ। ਨਿਰਖਤ ਭਇਓ ਸੂਰ ਰਥ ਥੰਬਤ, ਨੈਣ ਵੇਖ ਨ ਲਾਏ। ਵੇਖਣ, ਨੈਣ ਵੇਖਣ ਲਾਏ। ਨੈਣਨ ਵੇਖਣ ਲਾਏ। ਨਿਰਖਤ ਭਇਓ ਸੂਰ ਰਥ ਥੰਬਤ। ਸੂਰਜ ਕਹਿੰਦੇ ਐ ਸਮਝ ਲਓ ਵੀ ਸੂਰਜ ਨੇ ਆਪਣਾ ਜਿਹੜਾ ਸੀ ਨਾ ਚੱਲ ਰਿਹਾ ਰਥ ਥੰਮ ਦਿੱਤਾ। ਜਿਹੜੇ ਬਹੁਤ ਵਿਚਾਰਵਾਨ ਆਦਮੀ ਸੀ ਗਾਹਾਂ, ਉਹ ਵੀ ਗੌਰ ਨਾਲ ਦੇਖਣ ਲੱਗ ਗਏ ਵੀ ਦੇਖੋ ਹੁਣ ਕੀ ਫੈਸਲਾ ਹੁੰਦਾ। ਸੂਰਜ ਥੋੜੀ ਥੰਮ ਲੂਗਾ ਰਥ ਆਪਣਾ। ਸੂਰਜ ਜਿਹੜਾ ਤੱਤ ਗਿਆਨੀ ਹੈ, ਵਿਚਾਰਵਾਨ ਹੈ, ਵਿਚਾਰ ਕਰ ਰਿਹਾ, ਉਹ ਵਿਚਾਰ ਛੱਡ ਕੇ, ਸ਼ਬਦ ਵਿਚਾਰ ਛੱਡ ਕੇ ਇੱਧਰ ਦੇਖਣ ਲੱਗ ਗਏ। ਨੈਣ ਨੂੰ ਵੇਖਣ ਲਾਏ। ਹਾਂ, ਐਂ ਗੱਡ ਤੇ ਜਿਵੇਂ ਮੇਘ ਗੱਡੀ ਹੁੰਦੀ ਹੈ, ਨੈਣ ਮੇਘ ਗੱਡੀ ਆ ਨਾ, ਹਿਲਦੀ ਨਹੀਂ ਫਿਰ ਉਹ ਨਿਗਾਹ ਐਂ ਗੱਡਦੀ ਜਿਵੇਂ ਮੇਘ ਲੱਗੀ ਹੁੰਦੀ ਹੈ ਕਿਤੇ। ਉੱਥੇ ਧਿਆਨ ਪੂਰਾ ਲਾਤਾ, ਉਹ ਜਿਹੜਾ ਜੰਗ ਹੋ ਰਿਹਾ ਉਹਦੇ 'ਤੇ, ਉਹ ਸ਼ਬਦ ਵਿਚਾਰ ਵੱਲੋਂ ਧਿਆਨ ਹਟ ਗਿਆ, ਪੱਟ ਕੇ ਇੱਧਰ ਮਤਲਬ ਧਿਆਨ ਲੱਗ ਗਿਆ। ਉਹਦਾ ਧਿਆਨ ਜਿੱਥੇ ਵੀ ਲੱਗਦਾ ਮੇਘ ਵਾਂਗੂ ਹੀ ਲੱਗਦਾ। ਉਹਨਾਂ ਲੋਕਾਂ ਦਾ ਜਿਹੜਾ ਧਿਆਨ ਹੁੰਦਾ ਨਾ, ਜਿੱਥੇ ਲੱਗੂ ਇੱਦਾਂ ਹੀ ਲੱਗਦਾ, ਹੀ ਇੱਦਾਂ ਹੁੰਦਾ। ਸ਼ਸਤਰ ਅਸਤਰ ਨਾਨਾ ਵਿਧੀ ਛੱਡੇ, ਬਾਣ ਪ੍ਰਯੋਗ ਚਲਾਏ। ਹਾਂ, ਸ਼ਸਤਰ ਅਸਤਰ ਨਾਨਾ ਵਿਧੀ ਦੇ ਛੱਡੇ। ਨਾਨਾ ਵਿਧੀ ਦਾ ਕੀ ਹੈ? ਦੇਖੋ, ਜੰਗ ਦੇ ਵਿੱਚ ਕਈ ਵਾਰ ਗੱਲਬਾਤ ਵੀ ਕਰਨੀ ਪੈਂਦੀ ਹੈ। ਕਈ ਵਾਰ ਚੜ੍ਹ ਕੇ ਆਇਆਂ ਨੂੰ, ਜਿਵੇਂ ਪੌਂਡੇ ਸਾਹਿਬ ਦੀ ਜੰਗ ਦੇ ਵਿੱਚ ਉਹ ਕਹਿੰਦਾ ਵੀ ਜੰਗ ਬੰਦ ਕਰਕੇ ਵੀ ਆਪਾਂ ਦੋ ਹੀ ਫੈਸਲਾ ਕਰ ਲੈਂਦੇ ਹਾਂ, ਕੌਣ ਜਿੱਤਦਾ ਕੌਣ ਹਾਰਦਾ, ਕਾਹਨੂੰ ਮਰਵਾਉਣੇ ਨੇ ਸਾਰੇ। ਇਹੋ ਜਿਹੀਆਂ ਗੱਲਾਂ ਵੀ ਚੱਲਦੀਆਂ ਰਹਿੰਦੀਆਂ। ਕਈ ਜੰਗਾਂ ਦੇ ਵਿੱਚ ਕਈ ਲੜਨ ਆਏ ਤਾਂ ਲੜਦੇ ਹੀ ਨਹੀਂ ਹੁੰਦੇ। ਲੜਾਈ ਉੱਦਾਂ ਹੀ ਮਤਲਬ ਮੰਨ ਜਾਂਦੇ ਹੁੰਦੇ ਨੇ। ਕੋਈ ਜ਼ਰੂਰੀ ਨਹੀਂ ਹਰ ਵਾਰ ਜੰਗੇ ਹੋਵੇ। ਜੰਗ ਤੇ ਪਹਿਲਾਂ ਵੀ ਫੈਸਲੇ ਹੋ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਦੇ। ਪੂਰੀ ਤਿਆਰੀ ਹੋਈ ਤੇ ਵੀ ਫੈਸਲੇ ਹੋ ਜਾਂਦੇ ਨੇ, ਜਿਹੜੀ ਜੰਗ ਹੁੰਦੀ ਹੁੰਦੀ। ਹਾਂ, ਬਾਣ ਪ੍ਰਯੋਗ ਚਲਾਏ। ਬਾਣ ਪ੍ਰਯੋਗ ਕੀਤੇ, ਸਾਰੀ ਤਰ੍ਹਾਂ ਦੇ ਹੀ ਹੱਥ ਕੰਡੇ ਇਸਤੇਮਾਲ ਕੀਤੇ, ਗੱਲਬਾਤ ਵੀ ਇਸਤੇਮਾਲ ਕੀਤੀ, ਸ਼ਾਮਦਾਮ ਦੰਡ ਭੇਦ ਸਾਰੀਆਂ ਗੱਲਾਂ ਇਸਤੇਮਾਲ ਕੀਤੀਆਂ, ਸਾਰੇ ਤਰੀਕੇ ਪ੍ਰਯੋਗ ਕਰੇ। ਮਾਨੋ ਮਹਾ ਪ੍ਰਯੋਗ ਇਹ ਇੱਕ ਡੰਡੇ ਨੂੰ ਕਹਿੰਦੇ ਨੇ, ਲੋਹੇ ਦੇ ਨੂੰ। ਉਹਦੇ ਤੇ ਸੰਗਲੀ ਬੰਨੀ ਹੁੰਦੀ ਹੈ, ਕਈ ਵਾਰ ਤਾਂ ਉਹਨੂੰ ਵੀ ਕਹਿੰਦੇ ਨੇ ਬਾਣ ਪ੍ਰਯੋਗ। ਆਹੋ, ਕਈ ਵਾਰ ਉਹ ਬਰਛਾ ਖੋਹਣ ਨੂੰ, ਤਲਵਾਰ ਖੋਹਣ ਦੇ ਕੰਮ ਹੁੰਦਾ। ਉਹ ਪਟਾ ਵੀ ਹੁੰਦਾ ਲੱਗਿਆ ਹੋਇਆ ਉੱਤੇ। ਹਾਂਜੀ, ਮਾਨੋ ਮਹਾ ਮੇਘ ਬੂੰਦਣ ਜਿਉ, ਬਾਣ ਪਯੂਹ ਬਰਸਾਏ। ਜਿਵੇਂ ਕਿਤੇ ਤੀਰ ਐਂ ਚੱਲਦੇ ਨੇ, ਵਿਊ ਹੁੰਦਾ ਹੈ, ਕਿਲਾ ਬਣਾ ਦੇਣਾ ਤੀਰਾਂ ਦਾ, ਚੱਕਰ ਵਿਊ ਹੈ, ਉੱਤੇ ਛੱਤ ਪਾ ਦੇਣੀ। ਬਈ ਜਿਵੇਂ ਬੂੰਦਾਂ ਦਾ ਬਾਰਿਸ਼ ਹੁੰਦੀ ਹੈ ਨਾ, ਛੱਤ ਵਾਂਗੂ ਪੈ ਜਾਂਦੀ ਹੈ, ਐਂ ਉਹ ਤੀਰ ਚੱਲਦੇ ਨੇ ਉੱਥੇ। ਇੱਕ ਕਿਸਮ ਦਾ ਜਿਵੇਂ ਕਿਲਾ ਬਣ ਜਾਂਦਾ। ਚਰਪਟ ਚਰਮ ਬਰਮ ਪਰ ਚਟਕੇ, ਦਾ ਚਤ ਤਨਾ ਲਜਾਏ। ਜਦੋਂ ਤੀਰ ਚੱਲੇ ਨੇ, ਕਮਾਣਾ ਚਟਕੀਆਂ ਨੇ, ਤੇ ਤੀਰ ਚੱਲੇ ਨੇ, ਉਹ ਜਿਹੜੇ ਹੁੰਦੇ ਸੀ ਨਾ, ਢਾਲਾਂ ਹੁੰਦੀਆਂ ਸੀ, ਉਹ ਚਮ ਦੀਆਂ ਢਾਲਾਂ ਹੁੰਦੀਆਂ ਸੀ। ਗੈਂਡੇ ਦੇ ਚਮੜੇ ਦੀ ਢਾਲ ਹੁੰਦੀ ਹੈ। ਹੁਣ ਗੈਂਡੇ ਘੱਟ ਮਿਲਦੇ ਨੇ, ਹੁਣ ਲੋਹੇ ਦੀਆਂ ਢਾਲਾਂ ਬਣਨ ਲੱਗ ਗਈਆਂ। ਗੈਂਡੇ ਤਾਂ ਵੈਸੇ ਮਿਲਦੇ ਨੇ, ਹੁਣ ਵੀ ਮਰਦੇ ਨੇ। ਢਾਲਾਂ ਹੁਣ ਕੋਈ ਗੈਂਡੇ ਦੀਆਂ ਬਹੁਤੀਆਂ ਲੈ ਕੇ ਰਾਜੀ ਨਹੀਂ, ਕੋਈ ਬਣਾ ਕੇ ਵੀ ਰਾਜੀ ਨਹੀਂ ਹੁਣ ਲੋਕ, ਕਿਉਂ ਆਮ ਨਹੀਂ ਨਾ ਵਿਕਦੀਆਂ ਢਾਲਾਂ। ਮਾਰਕੀਟ 'ਚ ਇਹਨਾਂ ਦੀ ਕੋਈ ਨਹੀਂ, ਨਿਹੰਗ ਸਿੰਘ ਢਾਲਾਂ ਰੱਖਦੇ ਨੇ, ਹੋਰ ਕੋਈ ਰੱਖਦਾ ਹੀ ਨਹੀਂ ਹੈਗਾ। ਅਤੇ ਉਹ ਲੋਹੇ ਲਾਹੇ ਦੀਆਂ ਹੁਣ ਬਣਾ ਲੈਂਦੇ ਨੇ ਲੋਕ, ਬਣਾਉਣ ਲੱਗੇ। ਢਾਲਾਂ ਦੇ ਉੱਤੇ ਜਦੋਂ ਸੰਜੋ ਜਿਹੜੀ ਹੁੰਦੀ ਹੈ, ਉਹ ਹੁੰਦੀ ਸੀ ਲੋਹੇ ਦੀ। ਉਹਦੇ 'ਤੇ ਜਦ ਤੀਰ ਲੱਗਦੇ ਨੇ ਆ ਕੇ, ਤਾਂ ਉਹਦੇ 'ਚੋਂ ਅੱਗ ਨਿਕਲਦੀ ਹੈ। ਜੇ ਲੋਹੇ 'ਤੇ ਲੋਹਾ ਲੱਗਦਾ, ਅੱਗ ਨਿਕਲਦੀ ਹੁੰਦੀ ਹੈ। ਉਹ ਕਹਿੰਦੇ ਵੀ ਇਉਂ ਲੱਗਦਾ ਹੈ ਜਦੋਂ ਸੰਜੋਆਂ 'ਤੇ ਤੀਰ ਲੱਗਦੇ ਨੇ ਜਾਂ ਕਮਾਣਾ 'ਤੇ ਲੱਗਦੇ ਨੇ, ਦਾ ਜਦ ਤਰਨਾ ਲਜਾਏ। ਹਾਂ, ਉਹਨਾਂ 'ਚੋਂ ਅੱਗ ਨਿਕਲਣ ਲੱਗ ਗਈ।
ਸਰੋਣੰਦ ਭਰੇ ਜਿਵੇਂ ਜਲਦੇ ਹੁੰਦੇ ਨੇ ਤਿਲਕੇ ਘਾਹ ਜਲਦਾ ਨਾ ਵਿੱਚੋਂ ਚੰਗਿਆੜੇ ਜੇ ਨਿਕਲਦੇ ਨੇ, ਉਹ ਚੰਗਿਆੜੇ ਜੇ ਵਿੱਚ ਨਿਕਲਦੇ ਨੇ। ਸਰੋਣਤ ਭਰੇ ਬਸਤਰ ਸੋਭਿਤ ਜਨ ਚਾਚਰ ਖੇਲ ਸਿਧਾਏ। ਹਾਂ, ਉਹ ਜਿਵੇਂ ਐ ਨਿਕਲੇ ਹੋਏ ਨੇ ਵਿੱਚੋਂ ਲਹੂ ਖੂਨ ਨਿਕਲ ਕੇ ਕੱਪੜੇ ਉਹਨਾਂ ਦੇ ਰੰਗੇ ਗਏ, ਐ ਸਮਝ ਲਓ ਜਿਵੇਂ ਹੋਲੀ ਖੇਲ ਕੇ ਆਏ ਹੁੰਦੇ ਨੇ ਲੋਕ। ਜਨ ਚਾਚਰ ਖੇਲ ਸਿਧਾਏ। ਆਹੋ, ਚਾਚਰ ਖੇਲ ਹੈ ਇਹਦਾ, ਹੋਲੀ ਦਾ ਖੇਲ ਵੀ ਹੋਲੀ ਖੇਡ ਕੇ ਆਏ ਨੇ, ਜਿਵੇਂ ਜਾਂ ਖੇਡਦੇ ਫਿਰਦੇ ਨੇ, ਇਉਂ ਲੱਗਦੇ ਨੇ। ਕਿਦਾਰਾ ਇਹ ਬਿਦ ਭਇਓ ਆਹਵ ਘੋਰ, ਭਾਂਤ ਭਾਂਤ ਗਿਰੇ ਧਰਾ ਪਰ ਸੂਰ ਸੰਦਰ ਕਿਸ਼ੋਰ। ਇਸ ਤਰੀਕੇ ਨਾਲ ਆਹਵ ਕਹਿੰਦੇ ਨੇ ਜੰਗ ਨੂੰ, ਯੁੱਧ ਨੂੰ। ਇਹ ਬਿਦ ਭਇਓ ਆਹਵ ਘੋਰ, ਘੋਰ ਯੁੱਧ ਮਚ ਗਿਆ ਇਸ ਤਰੀਕੇ ਨਾਲ। ਘੋਰ ਯੁੱਧ ਮਚ ਗਿਆ, ਤੀਰ ਚੱਲਦੀਆਂ, ਤਲਵਾਰਾਂ ਚੱਲਦੀਆਂ ਨੇ, ਬਰਛੇ ਨੇ, ਜਿਹਦੇ ਹਥਿਆਰ ਸਾਰੇ ਚੱਲਦੇ ਨੇ, ਜ਼ਖਮੀ ਵੀ ਹੁੰਦੇ ਨੇ, ਮਰਦੇ ਵੀ ਨੇ, ਟੁਕ ਟੁਕ ਕੇ ਗਿਰਦੇ ਵੀ ਨੇ। ਘੋਰ ਯੁੱਧ ਮਚ ਗਿਆ, ਗਹਿ ਕੱਚ ਯੁੱਧ ਮਚ ਗਿਆ। ਭਾਂਤ ਭਾਂਤ ਗਿਰੇ ਧਰਾ ਪਰ ਸੂਰ ਸੁੰਦਰ ਕਿਸ਼ੋਰ। ਹਾਂ, ਜੋ ਉਹਦੇ ਕਿਸ਼ੋਰ ਜਿਹੜੇ ਸੀ, ਜਵਾਨ, ਕਿਸ਼ੋਰ ਜਵਾਨ ਨੂੰ ਕਹਿੰਦੇ ਸੀ। ਜਵਾਨ ਜਿਹੜੇ ਨੇ ਉਹ ਥੱਲੇ ਡਿੱਗੀ ਜਾਂਦੇ ਨੇ, ਕਿਸੇ ਦਾ ਕੋਈ ਲੱਤ ਵੱਢੀ ਜਾਂਦੀ ਹੈ, ਕਿਸੇ ਤਾਂ ਡਿੱਗ ਪੈਂਦਾ, ਕਿਸੇ ਦੀ ਬਾਂਹ ਵੱਢੀ ਜਾਂਦੀ ਹੈ, ਕੋਈ ਜ਼ਖਮੀ ਹੋ ਕੇ ਗਿਰਦਾ, ਕਿਸੇ ਦਾ ਸਿਰ ਵੱਢਿਆ ਜਾਂਦਾ। ਭਾਂਤ ਭਾਂਤ ਦੇ ਫੱਟ ਲੱਗਦੇ ਨੇ, ਭਾਂਤ ਭਾਂਤ ਦੇ ਤਰੀਕੇ ਨਾਲ ਉਹ ਵਜ੍ਹਾ ਨਾਲ, ਕਾਰਨ ਨਾਲ ਗਿਰਦੇ ਨੇ। ਕੋਪ ਕੋਪ ਹਠੀ ਘਟੀ ਰਣ ਸ਼ਸਤਰ ਅਸਤਰ ਚਲਾਏ। ਹਠੀ ਘਟੀ, ਹਟ ਕਰਕੇ ਘਟਾ ਨੂੰ ਚੜ੍ਹ ਕੇ ਆਉਂਦੇ ਨੇ। ਜਿਵੇਂ ਘਟਾ ਹੁੰਦੀ ਹੈ ਨਾ, ਮੋੜ ਮੋੜ ਚੜ੍ਹ ਚੜ੍ਹ ਕੇ, ਬੱਦਲ ਫੇਰ ਪੈ ਕੇ ਫੇਰ ਗੱਜਦਾ, ਫੇਰ ਆਉਂਦਾ, ਐਂ ਆਉਂਦੇ ਨੇ, ਇਕੱਠੇ ਹੋ ਜਾਂਦੇ ਨੇ, ਫੇਰ ਆਉਂਦੇ ਨੇ ਚੜ੍ਹ ਕੇ ਹੱਲਾ ਦੇ ਕੇ। ਹਠੀ ਨੇ ਬਾਰ ਬਾਰ ਹਮਲੇ ਕਰਦੇ ਨੇ ਇੱਕ ਦੂਏ 'ਤੇ, ਇਕੱਠੇ ਹੋ। ਹਠੀ ਘਟੀ, ਸ਼ਸਤਰ ਅਸਤਰ ਚਲਾਏ। ਸ਼ਾਸਤਰ ਅਸਤਰ ਚਲਾਉਂਦੇ ਨੇ ਇਕੱਠੇ ਹੋ ਕੇ, ਫੇਰ ਇਕੱਠੇ ਹੋ ਜਾਂਦੇ ਨੇ, ਫੇਰ ਆਉਂਦੇ ਨੇ ਚੜ੍ਹ ਕੇ, ਐਂ ਹੱਲੇ ਕਰਦੇ ਨੇ ਜਿਵੇਂ ਬੱਦਲ ਹੱਲਾ ਕਰਦਾ ਹੁੰਦਾ। ਜੂਝ ਜੂਝ ਗਿਰੇ ਦਿਵਾਲਿਆ ਢੋਲ ਬੋਲ ਵਜਾਏ। ਆਹ ਬਹੁਤ ਇੰਪੋਰਟੈਂਟ ਹੈਗੀ ਹੈ, ਕਿਸੇ ਜੰਗ ਦੇ ਨਕਸ਼ੇ 'ਚ ਆਹ ਲਾਈਨ ਨਹੀਂ ਆਈ ਹੋਈ। ਜੂਝ ਜੂਝ ਗਿਰੇ ਦਿਵਾਲਿਆ ਢੋਲ ਬੋਲ ਵਜਾਏ। ਸੁਰਗ ਨੂੰ ਚਲੇ ਗਏ, ਇਹ ਹੈ। ਸੁਰਗ ਸੁਧਾਰ ਗਏ, ਮਰ ਕੇ, ਇਹ ਹੈ ਗੱਲਾਂ ਲਿਖੀਆਂ ਹੋਈਆਂ। ਯਮ ਲੋਕ ਨੂੰ ਚਲੇ ਗਏ, ਇਹ ਗੱਲਾਂ ਹੈ ਲਿਖੀਆਂ ਹੋਈਆਂ। ਦਿਵਾਲਿਆ ਨਹੀਂ ਕਿਤੇ ਵਰਤਿਆ। ਜੂਝ ਜੂਝ ਗਿਰੇ ਦਿਵਾਲਿਆ। ਦਿਵਾਲਿਆ ਹੁੰਦਾ ਜਿੱਥੇ ਦੇਵ ਰਹਿੰਦਾ, ਦਿਵਾਲਿਆ। ਆਤਮਾ ਆਪਣੇ ਦੇਵ ਦੇ ਮੂਲ ਨਾਲ ਜੁੜ ਜਾਂਦੀ ਹੈ ਜਾ ਕੇ। ਅੱਡ ਜਿਵੇਂ ਸ਼ਿਵਾਲਿਆ ਬਣਿਆ, ਦਿਵਾਲਿਆ। ਦਿਵਾਲਿਆ ਹੁੰਦਾ, ਸ਼ਿਵਾਲਾ ਹੁੰਦਾ ਹੀ ਨਹੀਂ। ਹਾਂ, ਸ਼ਿਵ ਨਹੀਂ ਹੁੰਦਾ, ਦੇਵ ਹੁੰਦਾ। ਦੇਵ ਸ਼ਿਵਾਲਿਆ ਤਾਂ ਹੁੰਦਾ ਹੀ ਨਹੀਂ, ਦਿਵਾਲਿਆ ਹੁੰਦਾ। ਜਿਹੜਾ ਹਿਰਦਾ ਦਿਵਾਲਿਆ, ਉਹ ਜਿੰਨਾ ਚਿਰ ਲੜਦੇ ਨੇ ਤ੍ਰਿਕੁਟੀ 'ਚ ਨੇ, ਜਾਂ ਤ੍ਰਿਕੁਟੀ ਤੋਂ ਉੱਪਰ ਨੇ, ਫਿਰ ਆਕਾਸ਼ 'ਚ ਨੇ, ਆਏ ਬਾਹਰਲੇ ਆਕਾਸ਼ 'ਚ ਨੇ। ਆਕਾਸ਼ ਬਾਹਰਲਾ ਨੂੰ ਜਿਹੜਾ ਇਹ ਆਮ ਗੁੱਸੇ ਨਾਲ ਜਿਹੜੇ ਲੜਦੇ ਨੇ, ਜਿਹੜੇ ਵੀਰਾਂ ਸਾਡੇ ਲੜਦੇ ਨੇ, ਉਹ ਅੰਦਰਲੇ ਹਿਰਦੇ 'ਚ ਹੀ ਲੜਦੇ ਨੇ ਪਹਿਲਾਂ ਹੀ। ਉਹ ਗਿਰ ਕੇ ਨਹੀਂ ਦਿਵਾਲਿਆ ਜਾਂਦੇ, ਉਹ ਪਹਿਲਾਂ ਦਿਵਾਲਿਆ 'ਚ ਖੜ ਕੇ ਹੀ ਲੜਦੇ ਨੇ। ਉਹ ਦਿਵਾਲਿਆ 'ਚ ਖੜ ਕੇ ਲੜਦੇ ਨੇ ਜਿਹੜੇ ਨੇ ਵੀਰ। ਉੱਥੇ ਵੀਰ ਰਸ ਹੈ, ਉੱਥੇ ਕ੍ਰੋਧ ਨਹੀਂ ਹੈ, ਉਹ ਤਾਂ ਵੀਰ ਰਸ ਹੈ। ਉਹ ਕਹਿੰਦੇ ਲੈ ਦੇਖਦੇ ਹਾਂ, ਫੈਸਲਾ ਆਪੇ ਹੋ ਜੂ, ਕੌਣ ਰਹਿੰਦਾ। ਹੁਕਮ ਨਾ ਹੋਣਾ, ਜਿੱਤ ਹਾਰ ਹੁਕਮ ਦੀ ਹੈ। ਇਹਨਾਂ ਨੂੰ ਹੁੰਦੇ ਮੈਂ ਜਿੱਤਣਾ, ਮੈਂ ਇਹਨੂੰ ਮਾਰਨਾ। ਉਹ ਲੜਦੇ ਨੇ ਮੈਂ ਮਾਰਨਾ, ਮੈਂ ਮਰਨਾ ਨਹੀਂ ਹੁੰਦਾ। ਨਾ ਮੈਂ ਮਰਨਾ, ਨਾ ਮੈਂ ਮਾਰਨਾ। ਸਰੀਰ ਦੇ ਮਰਨ ਨੂੰ ਮਰਨਾ ਮੰਨਦੇ ਨਹੀਂ, ਨਾ ਸਰੀਰ ਦੇ ਮਰਨ ਨੂੰ ਮਰਨਾ ਮੰਨਦੇ। ਉਹਨਾਂ ਦਾ ਦ੍ਰਿਸ਼ਟੀਕੋਣ ਲੜਨ ਵੇਲੇ ਹੁੰਦਾ ਹੀ ਹੋਰ ਹੈ। ਉਹ ਦਿਵਾਲਿਆਂ 'ਚ ਖੜ ਕੇ ਲੜਦੇ ਨੇ, ਇਹ ਦਿਵਾਲਿਆਂ ਦੇ ਉੱਤੇ ਚੜ੍ਹ ਕੇ ਲੜਦੇ ਨੇ, ਡਿੱਗਦੇ ਦਿਵਾਲਿਆਂ 'ਚ ਨੇ ਆ ਕੇ। ਦਿਵਾਲਿਆਂ ਦੇ ਉੱਤੇ ਚੜ੍ਹਨਾ, ਦੇਵਤਾ ਥੱਲੇ ਆਪ ਉੱਤੇ ਨੇ। ਮੈਂ ਜਦ ਹੁੰਦੀ ਆ ਜਾਂ ਦੇਵਤੇ ਨੂੰ ਦੇਵਤੇ, ਤਾਂ ਹੀ ਤਾਂ ਸਵਾਲਿਆਂ ਦੇ ਉੱਤੇ ਉਹ ਬਣਾਇਆ, ਮੰਦਰਾਂ ਦੇ ਵੀ ਉੱਤੇ ਨਾ ਚੜ੍ਹੇ ਕੋਈ। ਜਦ ਉੱਤੇ ਚੜ੍ਹਦੇ ਆ, ਹੁਕਮ ਆਪਣੇ ਭਾਣੇ 'ਚ ਜਾਂਦੇ ਹਾਂ ਅਸੀਂ। ਆਪਣੇ ਭਾਣੇ ਜਾਣਾ ਹੀ ਗੁਰਦੁਆਰੇ ਦੇ ਉੱਪਰ ਚੜ੍ਹ ਜਾਣਾ ਹੈ। ਅਸਲ ਦੇ ਵਿੱਚ ਤਾਂ ਉਹ ਚੜ੍ਹਨ ਨਾ ਚੜ੍ਹਨ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਉਹ ਨਗਦੋਂ ਛੱਡ ਕੇ ਆਲੇ ਦੁਆਲੇ ਬਣਾ ਲਿਆ, ਫਿਰ ਵੀ ਤਾਂ ਉੱਤੇ ਹੀ ਉੱਚਾ ਹੀ ਹੈ, ਫਿਰ ਕਿਤੇ ਉੱਚਾ ਨਹੀਂ।
ਉਹ ਐਵੇਂ ਫਾਰਮੈਲਿਟੀਆਂ ਜਿਹੀਆਂ ਹੋਰ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਨੇ ਸਾਡੀਆਂ। ਦਿਵਾਲਿਆ ਲਫ਼ਜ਼ ਜਿਹੜਾ ਵਰਤਿਆ ਹੈ, ਜੂਝ ਗੁਰੂ ਗਿਰੇ ਦਿਵਾਲਿਆ, ਬਸ ਦਿਵਾਲਿਆ ਇੱਥੇ ਹੀ ਵਰਤਿਆ ਹੈ, ਕਿਤੇ ਨਹੀਂ ਵਰਤਿਆ ਹੋਇਆ ਲਫ਼ਜ਼। ਹੋਰ ਕਿਸੇ ਗ੍ਰੰਥ 'ਚ ਕੋਈ ਨਹੀਂ ਵਰਤ ਸਕਦਾ। ਇਹ ਕੋਈ ਗੁਰਮਤਿ ਦਾ ਪੂਰਾ ਹੀ ਧਾਨ ਨਹੀਂ ਹੈ, ਸਾਰਾ ਜਿਹੜਾ ਸਮਝ ਹੈ ਉਹ ਵਰਤਦਾ ਲਫ਼ਜ਼। ਗਿਰੇ ਦਿਵਾਲਿਆ ਕਿੱਥੇ ਹੁੰਦਾ ਹੈ? ਦੇਖਦੇ ਨੇ ਜੰਗ ਦੇ ਮੈਦਾਨ 'ਚ ਦਿਵਾਲਿਆ ਕਿਵੇਂ ਜਾ ਕੇ ਡਿਗੇ? ਸਰੀਰ ਤਾਂ ਡਿਗੇ ਨਹੀਂ ਸਕਦਾ, ਸਰੀਰ ਦੇ ਡਿੱਗਣ ਨੂੰ ਡਿੱਗਣਾ ਮੰਨਣਗੇ ਉਹ। ਸਰੀਰ ਦਿਵਾਲਿਆ 'ਚ ਕਿਵੇਂ ਜਾ ਡਿੱਗਾ? ਉਹਦਾ ਰਣ 'ਚ ਹੈ, ਉਹ ਤਾਂ ਜੰਗ ਦੇ ਮੈਦਾਨ 'ਚ ਹੈ। ਕਿਆ ਦਿਵਾਲਿਆ ਕੋਈ ਨੇੜੇ ਉੱਥੇ ਪ੍ਰਾਣ ਛੱਡ ਦਿੰਦੇ ਉੱਥੇ ਜਾ ਕੇ। ਹਾਂਜੀ, ਜੂਝ ਜੂਝ ਗਿਰੇ ਦਿਵਾਲਿਆ, ਢੋਲ ਬੋਲ ਬਜਾਏ। ਜਿਸ ਵਕਤ ਐਕਸੀਡੈਂਟ ਹੁੰਦਾ 1 ਸਕਿੰਟ ਵਿੱਚ ਦਿਵਾਲਿਆ ਚਲੀ ਜਾਂਦੀ ਹੈ। ਮਨ ਧਿਆਨ ਉੱਥੇ ਚਲੇ ਜਾਂਦਾ। ਧਿਆਨ ਹੈ, ਮਨ ਹੈ, ਹੋਰ ਕੀ ਹੈ? ਮਨ ਕੋਈ ਚੀਜ਼ ਨਹੀਂ ਹੈ, ਜੀਵਾਤਮਾ ਕੋਈ ਚੀਜ਼ ਨਹੀਂ ਹੈ। ਪਰ ਧਿਆਨ ਦਾ ਨਾਮ ਹੈ ਆਤਮਾ। ਧਿਆਨ ਅੰਦਰ ਹੈ, ਪਹਿਲਾਂ ਹੀ ਅੰਦਰੋਂ ਲੜਦਾ। ਇੱਕ ਤਾਂ ਪਹਿਲਾਂ ਹੀ ਅੰਦਰ ਧਿਆਨ ਹੋ ਕੇ ਲੜਦਾ, ਇੱਕ ਬਾਹਰ ਲੜਦਾ ਧਿਆਨ। ਫਿਰ ਧਿਆਨ ਅੰਦਰ ਆਊਗੇ, ਉਹ ਤਾਂ ਆਉਂਦਾ ਅੰਦਰ। ਫਿਰ ਧਿਆਨ ਤਾਂ ਸਰੀਰ ਜਵਾਬ ਦੇ ਜਾਂਦਾ, ਫਿਰ ਛੱਡਦਾ ਇਹਨੂੰ ਸਰੀਰ। ਦਿਵਾਲੇ ਢੋਲ ਬੋਲ ਬਜਾਏ। ਹਾਂ, ਢੋਲ ਬੋਲ ਵਜਾਏ, ਬੋਲਦੇ ਨੇ, ਢੋਲ ਵੀ ਵਜਾਉਂਦੇ ਨੇ। ਹਾਏ ਹਾਏ ਭਈ ਜਹਾਂ ਤੈ, ਭਾਜ ਭਾਜ ਸੋ ਵੀਰ। ਹਾਂ, ਹਾਏ ਹਾਏ ਤਾਂ ਹੋਣੀ ਹੋਈ ਹੈ ਜਦੋਂ ਜੰਗ ਦੇ ਵਿੱਚ। ਹਾਏ ਹਾਏ ਭਈ ਤਾਂ ਭਾਜ ਭਾਜ ਸੋ ਵੀਰ। ਹਾਂ, ਵੀਰ ਭੱਜੇ ਵੀ ਫਿਰਦੇ ਨੇ, ਹੈ ਵੀ ਕਰਦੇ ਨੇ, ਉਹ ਲੱਗੇ ਹੋਏ ਜ਼ਖਮ ਨੇ, ਫਿਰ ਵੀ ਭੱਜੇ ਫਿਰਦੇ ਨੇ। ਪੈਟ ਪੈਟ ਗਏ ਤਰੀਆ ਲੈ, ਹਾਰ ਹਾਰ ਅਧੀਰ। ਅਸਲ ਦੇ ਵਿੱਚ ਜਿਹੜੇ ਇੱਕ ਖਿਆਲ ਹੈਗਾ ਹੈ, ਖਿਆਲ ਵੀ ਨਹੀਂ ਹੈ, ਠੀਕ ਵੀ ਹੈ। ਜਿਹੜੇ ਉਹ ਮੁਸਲਮਾਨਾਂ ਦਾ ਨਾ ਵੀ ਹੂਰਾਂ ਮਿਲਣਗੀਆਂ, ਇਹ ਕਰਨਗੀਆਂ, ਉਹ ਕਰਨਗੀਆਂ, ਇਹ ਗੱਲ ਦਸਮ ਪਾਤਸ਼ਾਹ ਵੀ ਮੰਨੀ ਜਾਂਦੇ ਨੇ, ਸਾਡੇ ਗ੍ਰੰਥਾਂ 'ਚ ਵੀ ਮੰਨੀ ਹੋਈ ਹੈ ਗੱਲ ਵੀ ਹੂਰਾਂ ਆਉਂਦੀਆਂ ਨੇ, ਲੈ ਕੇ ਜਾਂਦੀਆਂ ਨੇ। ਰੂਹਾਂ ਨੇ, ਹੂਰਾਂ ਕੀ ਨਾ, ਰੂਹਾਂ ਨੇ। ਅਸਲ ਦੇ ਵਿੱਚ ਜਿਹੜੀ ਇਸਤਰੀ ਹੈ ਨਾ, ਉਹ ਮੁਕਤੀ ਤੋਂ ਜਿਹੜੀ ਪਹਿਲੀ ਸਟੇਜ ਹੈ, ਅਜੋ ਮੁਕਤੀ ਤੋਂ ਪਹਿਲੀ ਸਟੇਜ ਹੈ। ਆਦਮੀ ਜੇ ਚੰਗਾ ਠੀਕ ਵੀ ਨਾ ਹੋਵੇ ਨਾ, ਧਾਰਮਿਕ ਹੋਵੇ ਵੀ ਨਾ, ਔਰਤ ਧਾਰਮਿਕ ਹੋਵੇ, ਤਾਂ ਅਗਲਾ ਜਨਮ ਨਹੀਂ ਉਹ ਉਹਦੇ ਨਾਲ ਲੈਣਾ ਚਾਹੁੰਦੀ। ਐਸ ਜਨਮ ਦੇ ਵਿੱਚ ਆ ਕੇ ਉਹਨੇ ਧਰਮ ਦੀ ਕਮਾਈ ਕਰ ਲਈ, ਆਦਮੀ ਨੇ ਕੀਤੀ ਨਹੀਂ, ਆਦਮੀ ਵਿਰੋਧੀ ਹੋ ਗਿਆ। ਦੋਏ ਉਹ ਵੀ ਤਾਂ ਹੋ ਸਕਦੇ ਨਾ, ਉਹ ਵਿਰੋਧੀ ਹੋ ਗਿਆ, ਉਹ ਧਾਰਮਿਕ ਹੋ ਗਈ। ਹੁਣ ਦੋਹਾਂ ਦੇ ਰਸਤੇ ਅੱਡ ਅੱਡ ਹੋ ਜਾਣੇ ਨੇ। ਉਹਨਾਂ ਨੇ ਜਨਮ ਨਹੀਂ ਇਕੱਠਾ ਲੈਣਾ। ਅੰਦਰੋਂ ਉਹਨੇ ਕਹਿਣਾ ਵੀ ਮੈਂ ਹੁਣ, ਕਿਉਂਕਿ ਧਰਮ ਅੰਦਰਲੀ ਅਵਸਥਾ ਦਾ ਨਾ, ਬਾਹਰਲੀ ਦਾ ਤਾਂ ਹੈ ਨਹੀਂ। ਦਿਖਾਵੇ 'ਚ ਚਾਹੇ ਨਾ ਕੁਛ ਕਹੇ ਉਹਨੂੰ, ਪਰ ਅੰਦਰੋਂ ਦੁਖੀ ਹੋ ਤੋਂ। ਉਹਨੇ ਹੁਣ ਗਾਹਾਂ ਦਾ ਜਨਮ ਕਿਹਦੇ ਨਾਲ ਲੈਣਾ ਹੈ? ਉਹ ਤੋਂ ਬਾਅਦ ਉਹ ਧਾਰਮਿਕ ਜਿਹੜੇ ਬੰਦੇ ਨੇ, ਯੋਧੇ ਨੇ, ਜਿਹੋ ਜਿਹੀ ਉਹਦੀ ਇੱਛਾ ਹੁੰਦੀ ਹੈ, ਉਹ ਜਾਂ ਫਿਰ ਆਤਮਾਵਾਂ ਪਹਿਲਾਂ ਹੀ ਚੁਣ ਲੈਂਦੀਆਂ। ਇਹ ਗੱਲਾਂ ਨੇ ਜਿਹੜੀਆਂ, ਇਹ ਹੈ ਤਾਂ ਹੁਣ ਗਾਹਾਂ ਦੀਆਂ। ਵਿਦਵਾਨ ਇਹਨਾਂ ਗੱਲਾਂ ਨੂੰ ਨਹੀਂ ਮੰਨਣਗੇ, ਵਿਦਵਾਨ ਨਹੀਂ ਮੰਨਣਗੇ। ਇਸਲਾਮ ਵੀ ਮੰਨਦਾ, ਈਸਾਈ ਵੀ ਮੰਨਦੇ ਨੇ। ਇਹ ਗੱਲ ਸਾਰੇ ਧਰਮ ਮੰਨਦੇ, ਸਾਂਝੀ ਹੈ। ਜਿਹੜੀਆਂ ਗੱਲਾਂ ਸਾਂਝੀਆਂ ਨਹੀਂ, ਉਹ ਗੁਰਬਾਣੀ ਨੇ ਰੱਦ ਕੀਤੀਆਂ ਨੇ। ਜਿਹੜੀਆਂ ਗੱਲਾਂ ਸੱਚ ਨੇ, ਰੱਦ ਨਹੀਂ ਕੀਤੀ, ਸੱਚ ਨੇ ਰੱਦ ਕੀਤਾ। ਇਹਨਾਂ ਦੇ ਜੋੜ ਪਹਿਲਾਂ ਹੀ ਹੋ ਜਾਂਦੇ ਨੇ। ਹਾਂ, ਜੋੜ ਰਹਿ ਵੀ ਜਾਂਦੇ ਨੇ, ਜੋੜ ਟੁੱਟ ਵੀ ਜਾਂਦੇ ਨੇ। ਰੋੜ ਕੋਈ ਬਿਰਲਾ ਰਹਿ ਜਾਂਦਾ, ਗਾਹਾਂ ਨੂੰ ਵੈਸੇ ਬਹੁਤੇ ਟੁੱਟ ਜਾਂਦੇ ਨੇ। ਜੇ ਆਦਮੀ ਭਗਤ ਹੋਵੇ, ਬਹੁਤ ਘੱਟ ਚਾਂਸਸ ਨੇ ਵੀ ਕੋਈ ਔਰਤ ਉਹਦਾ ਸਾਥ ਦੇਵੇ ਭਗਤੀ ਦਾ, ਘੱਟ ਚਾਂਸਸ। ਕਿਉਂ? ਮਾਇਆ ਨੂੰ ਨਹੀਂ ਛੱਡਣਾ ਚਾਹੁੰਦੀ। ਮਾਇਆ ਨੂੰ ਆਦਮੀ ਛੱਡ ਸਕਦਾ, ਮੋਹ ਛੱਡਣਾ ਇਹਨਾਂ ਵਾਸਤੇ ਔਖਾ ਹੈ। ਹਾਂ, ਇਹਨਾਂ ਦੀ ਉਹ ਭਗਤੀ ਹੈ, ਪਤੀ ਭਗਤੀ ਹੈ। ਜੋ ਪਤੀ ਭਗਤੀ ਵੀ ਕਰ ਲੈਣ, ਮੁਕਤੀ ਇਹਨਾਂ ਨੂੰ ਮਿਲ ਜਾਂਦੀ ਹੈ, ਜੇ ਆਦਮੀ ਠੀਕ ਹੋਵੇ। ਪਰ ਉਹ ਲੈਣਾ ਚਾਹੇ ਮੁਕਤੀ ਉਸ ਨੂੰ ਮਿਲਦੀ, ਮੁਕਤੀ ਆਦਮੀ ਨੂੰ ਨਹੀਂ ਮਿਲਦੀ। ਲੈਣਾ ਚਾਹੇ ਦੀ ਗੱਲ ਹੈ। ਹੁਣ ਸਾਡੇ ਕੋਲ ਗੁਰਬਾਣੀ ਹੈਗੀ, ਮੰਨੇ ਕੌਣ? ਮੰਨੇ ਕੀ ਗਤੀ?
ਇਹਦੇ 'ਚ ਕੋਈ ਵੀ ਹੈ। ਹੁਣ ਦੇਖੋ ਉਪਦੇਸ਼ ਔਰਤ ਨੂੰ ਵੀ ਹੈ ਗੁਰਬਾਣੀ 'ਚ, ਪਰ ਉਹਦੇ ਕੋਈ ਸ਼ਬਦ ਖਾਸ ਨੇ। ਆਦਮੀ ਦੀ ਔਰਤ ਨੂੰ ਇਹ ਨਹੀਂ ਕਿਹਾ ਤੂੰ ਨਰਕ ਜਾਏਂਗੀ, ਇਹ ਨਹੀਂ ਕਿਹਾ। ਇੱਕੋ ਹੀ ਗੱਲ ਕਹੀ, ਗਧੀ ਹੋ ਕੇ ਉਤਰਾ ਭਾਰ ਸਾਹਿਬ ਚਾਰ, ਉੱਥੇ ਹੀ ਆ ਕੇ ਇਹਨੂੰ ਹੈ ਵਿਆਹ ਹੋ ਜਾਊਗਾ। ਜੇ ਔਰਤ ਦੀ ਪੂਜਾ ਕਰੂ, ਸੇਵਾ ਕਰੂਗੀ, ਔਰਤ ਤੇ ਸ਼ਰਧਾ ਰੱਖੂਗੀ, ਤਾਂ ਉਹ ਫਿਰ ਸਮਝੋ ਉਹਦੀ ਬੁੱਧੀ ਖੋਤੀ ਵਰਗੀ ਹੋਈ ਹੈ, ਹੋਰ ਬੁੱਧ ਮਾਰੀ ਜਾਊਗੀ। ਹੁਣ ਜਿਹੜਾ ਮਜ਼ਦੂਰ ਹੈ ਉਹ 4 ਮਣ ਬੋਝੇ ਚੱਕਣੇ ਸਾਰਾ ਦਿਨ, ਉਹਨੇ ਬੋਰੀਆਂ ਢੋਣੀਆਂ ਨੇ। ਉਹ ਬੋਰੀਆਂ ਢੋਣ ਵਾਲੇ ਖੋਤੇ ਹੀ ਨੇ, ਆਦਮੀ ਦੀ ਜਨਮ 'ਚ ਵੀ ਖੋਤੇ ਹੀ ਨੇ। ਉਹ ਅਕਲ ਤੋਂ ਨਹੀਂ ਕੰਮ ਲੈਂਦੇ, ਫਿਰ ਉਹ ਅਕਲ ਨਹੀਂ ਹੁੰਦੀ ਉਹਨੂੰ। ਬਸ ਉਹ ਸਿਰ ਤੇ ਬਹੁਤ ਚੱਕਰ ਢੋਣ ਵਾਲੇ ਹੀ ਨੇ, ਉਹ ਖੋਤੇ ਹੀ ਹੁੰਦੇ ਨੇ। ਫਿਰ ਖੋਤਾ ਜ਼ਰੂਰੀ ਨਹੀਂ ਵੀ ਖੋਤਾ ਹੀ ਬਣਨਾ, ਉਹ ਖੋਤੇ ਵਾਲਾ ਹੀ ਕੰਮ ਹੈ ਕਿ ਪੱਠੇ ਸਿਰਾਂ ਤੇ ਢੋਣੇ, ਸਭ ਕੁਝ ਸਿਰਾਂ ਤੇ ਹੀ ਢੋਂਦੇ ਤੇ ਹੁਣ ਵੀ ਢੋਂਦੇ ਹੀ ਨੇ। ਇਹੋ ਜਿਹੀ ਜਿਹੜਾ ਸਿਰ ਤੇ ਆਦਮੀ ਬਦਨ ਚੱਕਦਾ, ਉਹ ਦਿਮਾਗ ਤੋਂ ਨਹੀਂ ਕੰਮ ਲੈਂਦਾ ਹੁੰਦਾ। ਜਿਹੜੇ ਦਿਮਾਗ ਤੇ ਜਿਨ੍ਹਾਂ ਦੇ ਬੋਝ ਆ, ਉਹ ਸਿਰ ਤੇ ਨਹੀਂ ਬੋਝ ਰੱਖ ਸਕਦੇ। ਜਿਨ੍ਹਾਂ ਦੇ ਦਿਮਾਗ ਦੇ ਬੋਝ ਆ, ਉਹ ਸਿਰ ਤੇ ਨਹੀਂ ਰੱਖ ਸਕਦੇ, ਜਿਹਨਾਂ ਦੇ ਸਿਰ ਤੇ ਉਹ ਦਿਮਾਗ ਤੇ ਨਹੀਂ ਰੱਖ ਸਕਦੇ। ਅੱਡ ਅੱਡ ਨੇ ਦੋ ਚੀਜ਼ਾਂ। ਯਾਨੀ ਘੱਟ ਚਾਂਸਿਸ ਨੇ ਔਰਤ ਦੇ ਨੁਕਸਾਨ ਦੇ, ਘੱਟ ਚਾਂਸਿਸ ਨੇ ਜੇ ਧਾਰਮਿਕ ਹੋਵੇ। ਆਦਮੀ ਦੇ ਜ਼ਿਆਦਾ, ਆਦਮੀ ਤੋਂ ਲੋੜ ਜ਼ਿਆਦਾ ਹੈ, ਆਦਮੀ ਤੋਂ ਜ਼ਿਆਦਾ ਡਿਮਾਂਡ ਕਰਦੀ ਹੈ ਗੁਰਬਾਣੀ। ਔਰਤ ਦੀ ਤਾਂ ਡਿਮਾਂਡ ਇਹ ਸੀ, ਉਹਨੇ ਸੰਸਾਰ ਪੈਦਾ ਕਰਨਾ ਸੀ, ਕਰਤਾ। ਉਹਨੇ ਆਪਣੀ ਡਿਊਟੀ ਅਸਲ 'ਚ ਪੂਰੀ ਕਰਤੀ। ਅਸਲ ਤਾਂ ਉਹਨੇ ਆਪਣੀ ਪੂਰੀ ਕਰਤੀ ਨਾ। ਉਹ ਜਿਹੜੀ ਚੀਜ਼ ਵਾਸਤੇ ਬਣਾਈ ਸੀ ਉਹਨੇ ਕਰ। ਆਦਮੀ ਜਿਹੜੀ ਚੀਜ਼ ਵਾਸਤੇ ਬਣਾਈ, ਇਹ ਕਰ ਨਹੀਂ ਰਿਹਾ। ਇੱਥੇ ਆ ਕੇ ਆਦਮੀ ਨੂੰ ਨੁਕਸਾਨ ਹੈ। ਨੁਕਸਾਨ 'ਚ ਘਾਟੇ 'ਚ ਆਦਮੀ ਹੋਈ ਇਹ ਸੰਸਾਰ 'ਚ। ਇਸ ਐਂਗਲ ਤੋਂ ਮੈਂ ਤੁਹਾਨੂੰ ਗੱਲ ਦੱਸੀ ਜਾਂ ਸਮਝਾਈ, ਫਿਰ ਉਹਨਾਂ ਨੇ ਕਿਹਾ ਵੀ ਠੀਕ ਹੈ, ਮੈਂ ਤੁਹਾਡੇ ਹੱਕ 'ਚ ਹੈ, ਗੁਰਬਾਣੀ ਤੁਹਾਡੇ ਖਿਲਾਫ ਨਹੀਂ ਹੈ। ਸਮਝੋ ਇਸ ਐਂਗਲ ਤੋਂ ਵੀ ਸਮਝੋ, ਇਹ ਵੀ ਤਾਂ ਐਂਗਲ ਹੈ ਗੁਰਬਾਣੀ ਦਾ। ਪਛਤਾਏਗਾ ਮੂੜਿਆ, ਆਦਮੀ ਨੂੰ ਕਿਹਾ ਹੈ, ਔਰਤ ਨੂੰ ਤਾਂ ਕਿਹਾ ਨਹੀਂ ਪਛਤਾਏਗਾ ਮੂੜਿਆ। ਮੁੜੀਏ ਤਾਂ ਕਿਹਾ ਨਹੀਂ। ਇਸ ਐਂਗਲ ਤੋਂ ਕਿਉਂ ਨਹੀਂ ਤੁਸੀਂ ਇਹਨੂੰ ਵਿਚਾਰਿਆ ਗੁਰਬਾਣੀ? ਉਹ ਕਹਿੰਦੇ ਹੁਣ ਨਹੀਂ ਸਾਨੂੰ ਕੋਈ। ਉਹ ਕੁੜੀ ਜਸਵੀਰ ਦਾ ਫੋਨ ਆਇਆ ਸੀ, ਉਹ ਕਹਿੰਦੇ ਹੁਣ ਨਹੀਂ ਕੋਈ ਸਾਨੂੰ ਤੁਸੀਂ ਸਾਰੇ ਐਂਗਲ ਵਿਚਾਰੋ। ਤੁਸੀਂ ਤਾਂ ਭੜਕ ਜਾਂਦੇ, ਭੜਕੋ ਵਿਚਾਰੋ। ਇਹ ਵਿਚਾਰ ਵਾਲੀ ਗੱਲ ਹੈ ਗੁਰਬਾਣੀ। ਪੈਠ ਪੈਠ ਗਏ ਤ੍ਰਿਆ ਲੈ, ਹਾਰ ਹਾਰ ਅਧੀਰ। ਹਾਂ, ਫਿਰ ਤ੍ਰਿਆ ਨੇ ਉਹ ਲੈ ਗਈਆਂ ਉਹਨਾਂ ਨੂੰ ਆਪਣੇ ਮਹਿਮਾਨਾਂ 'ਚ ਬਿਠਾ ਕੇ, ਆਪਣੇ ਆਪਣੇ ਤ੍ਰਿਆ ਰੂਹਾਂ ਨੂੰ ਲੈ ਗਈਆਂ ਨਾਲ। ਬੈਠ ਬੈਠ ਅਧੀਰ, ਇਹ ਜਿਹੜੇ ਹੁੰਦੇ ਨੇ ਜੰਗ 'ਚ ਮਰੇ ਹੋਏ, ਇਹ ਵੀ ਦੇਵਲੋਕ ਤਾਂ ਚਲੇ ਜਾਂਦੇ ਨੇ। ਇਹ ਜੀਵਨ ਮੁਕਤ ਅਵਸਥਾ ਨਹੀਂ ਹੁੰਦੀ ਇਹਨਾਂ ਦੀ, ਜੀਵਨ ਮੁਕਤ ਅਵਸਥਾ ਨਹੀਂ ਹੁੰਦੀ। ਇਹ ਮੌਤ ਤੋਂ ਨਿਰਭੈ ਹੋ ਕੇ ਜੀਉ ਜਾਣਾ। ਜੰਗ ਦੇ ਮੈਦਾਨ ਦੇ ਵਿੱਚ ਦੁਨਿਆਵੀ ਸਭ ਕੁਝ ਭੁੱਲ ਕੇ ਦੁਨਿਆਵੀ ਲੜਨਾ। ਜਿਹੜਾ ਗੰਧਰਵ, ਜਿਹੜਾ ਆਦਮੀ ਗੰਧਰਵ ਲਫ਼ਜ਼ ਹੈ ਨਾ, ਗੰਧਰਵ ਅਸਲ ਰਾਗੀ ਰਾਗ ਦੇ ਵਿੱਚ ਦੁਨੀਆ ਭੁੱਲ ਜਾਂਦਾ ਹੈ, ਰਾਗ 'ਚ ਭੁੱਲ ਜਾਂਦਾ ਉਹ। ਜਾਂ ਰਾਗ 'ਚ ਹੋ ਜਾਂਦਾ ਨਾ ਲੀਨ, ਉਹ ਸੰਸਾਰ ਸਭ ਕੁਝ ਭੁੱਲ ਜਾਂਦਾ। ਇਵੇਂ ਯੋਧਾ ਜੰਗ 'ਚ ਭੁੱਲ ਜਾਂਦਾ। ਦੋਏ ਚੀਜ਼ਾਂ ਅਟੈਚ ਨੇ ਗੁਰੂ ਘਰ ਨਾਲ। ਰਾਗ ਵੀ ਅਟੈਚ ਹੈ, ਜੰਗ ਵੀ ਅਟੈਚ ਹੈ। ਦੋਹਾਂ 'ਚ ਗੰਧਰਵ ਨੇ ਵਰਤੇ ਹੋਏ। ਗੰਧਰਵ ਉਹ ਹੈ ਜਿਹੜਾ ਸੰਸਾਰ ਭੁੱਲ ਗਿਆ, ਉਦੋਂ ਛੱਡਿਆ ਨਹੀਂ, ਭੁੱਲ ਗਿਆ। ਸੰਸਾਰ ਭੁੱਲ ਗਿਆ, ਘਾਟਾ ਵਾਧਾ ਭੁੱਲ ਗਿਆ, ਜਾਂ ਸਭ ਕੁਝ ਭੁੱਲ ਗਿਆ। ਉਦੋਂ ਗੰਧਰਵ ਆ, ਉਦੋਂ ਗੰਧਰਵ, ਉਦੋਂ ਸਭ ਕੁਝ ਭੁੱਲਿਆ ਹੋਇਆ। ਬਸ ਉਹਨੂੰ ਇਹ ਪਤਾ ਵੀ ਮੇਰੇ ਸਾਹਮਣੇ ਜੋ ਟਾਰਗੇਟ ਹੈ, ਮਾਰਨਾ ਆ ਮਾਰਨਾ, ਬਸ ਉਸੇ ਅਵਸਥਾ 'ਚ ਰਹਿ ਜਾਂਦਾ। ਉਸੇ ਅਵਸਥਾ ਜੰਗ ਹੁੰਦੀ ਹੈ। ਇਹ ਮਤਲਬ ਸੁਰਗਲੋਕ ਤਾਂ ਹੈ। ਇਹ ਸੁਰਗਲੋਕ ਕੀ ਹੈ? ਆ ਜਿਹੜਾ ਹੈ ਨਾ, ਆ ਦੇਵਲੋਕ ਦਿਵਾਲਿਆ, ਇਹੀ ਸੁਰਗਲੋਕ ਹੈ। ਦਿਵਾਲਿਆ ਕਰਦੇ ਨੇ ਜਾ ਕੇ, ਨਰਕ 'ਚ ਨਹੀਂ ਕਰਦੇ, ਦਿਵਾਲਿਆ 'ਚ ਕਰਦੇ।
ਇਹ ਦੇਵਲੋਕ ਹੈ, ਦਿਵਾਲੇ ਹੀ ਦੇਵਲੋਕ ਹੈ। ਅਪਰਮਾਣ ਛੁਟੇ ਸਰਾਣ ਦਿਸ਼ਾਨ ਭਇਓ ਅੰਧਿਆਰ। ਕਿਉਂਕਿ ਉਸ ਵੇਲੇ ਉਹਨਾਂ ਦੇ ਅੰਦਰ ਸੰਸਾਰੀ ਮੋਹ ਨਹੀਂ ਹੁੰਦਾ, ਕਿਉਂਕਿ ਸੰਸਾਰ ਛੱਡਿਆ ਹੁੰਦਾ, ਸਭ ਭੁੱਲੇ ਹੋਏ ਹੁੰਦੇ ਨੇ ਰਿਸ਼ਤੇਦਾਰੀਆਂ ਨੂੰ। ਜਿਵੇਂ ਸੌਂ ਜਾਂਦਾ ਆਦਮੀ ਭੁੱਲ ਜਾਂਦਾ, ਸੁਪਨਾ ਆ ਜਾਂਦਾ, ਸੁਪਨੇ ਦਾ ਗਿਆਨ ਹੁੰਦਾ, ਬਾਕੀ ਹੁੰਦਾ ਨਹੀਂ। ਸੁਪਨੇ ਦਾ ਗਿਆਨ ਹੁੰਦਾ, ਬਾਕੀ ਤਾਂ ਹੁੰਦਾ ਨਹੀਂ, ਕੁਛ ਵੀ ਨਹੀਂ ਹੁੰਦਾ ਪਤਾ। ਭੁੱਲੇ ਹੋਏ ਹੁੰਦੇ ਨੇ ਸਾਰਾ ਕੁਝ, ਭੁੱਲੇ ਹੋਏ ਕਰਕੇ ਅਗਲਾ ਗੱਲ ਤਾਂ ਕਰਕੇ ਕਿਉਂਕਿ ਮੋਹ ਹੁੰਦਾ ਨਹੀਂ ਉਹਨਾਂ ਦੇ ਵਿੱਚ, ਪਿੱਛੇ ਯਾਦ ਹੁੰਦਾ ਨਹੀਂ। ਇਸ ਕਰਕੇ ਉਸ ਅਵਸਥਾ 'ਚ ਆ ਕੇ ਉਹ ਜਿਹੜੀਆਂ ਅਵਛਰਾਵਾਂ ਨੇ ਉਹ ਸੰਬੰਧ ਦੁਬਾਰਾ ਨਵੇਂ ਜੁੜਦੇ ਨੇ ਉੱਥੇ, ਨਵੇਂ ਜੁੜ ਪਿਛਲੇ ਤਾਂ ਛੱਡ ਜਾਂਦੇ ਨੇ, ਭੁੱਲ ਜਾਂਦੇ ਨੇ। ਛੱਡਣਾ ਔਖਾ, ਜਿਹਨੇ ਛੱਡਿਆ ਨਹੀਂ ਮਰਨ ਵੇਲੇ ਉਹਦਾ ਫਿਰ ਜਨਮ ਉੱਥੇ ਹੀ ਹੁੰਦਾ। ਉਹਨੂੰ ਫਿਰ ਦੁਆ ਕੌਣ ਪੁੱਛੂ? ਜਿਹਨੇ ਛੱਡਿਆ ਨਹੀਂ ਦੁਆ ਕੌਣ ਪੁੱਛੂ? ਦੁਆ ਨਹੀਂ ਪੁੱਛਦਾ ਫਿਰ ਉਹਨੂੰ, ਉਹਦਾ ਸੰਬੰਧ ਨਹੀਂ ਟੁੱਟਦਾ। ਅੰਤਕਾਲ ਜੇ ਮੰਦਰ ਸਿਮਰ ਹੈ, ਉਹ ਉਹਨਾਂ ਵਾਸਤੇ ਉਹ ਆਏ ਨੇ, ਅਲੱਗ ਨੇ, ਇਹ ਅਲੱਗ ਹੈ। ਅਪਰਮਾਣ ਛੁਟੇ ਸਰਾਣ ਦਿਸ਼ਾਨ ਭਇਓ ਅੰਧਿਆਰ। ਸਰਾਣ ਸਰ ਕਹਿੰਦੇ ਨੇ ਤੀਰ ਨੂੰ, ਸਰਾਣ ਤੀਰ ਦਾ ਬਹੁਵਚਨ ਹੈ ਸਰਾਣ। ਅਪਰਮਾਣ ਇੰਨੇ ਤੀਰ ਛੁੱਟੇ ਨੇ ਕੋਈ ਗਿਣਤੀ ਨਹੀਂ ਕਰ ਸਕਦੇ, ਪ੍ਰਮਾਣ ਨਹੀਂ ਦੇ ਸਕਦੇ। ਪ੍ਰਮਾਣ ਹੁੰਦਾ ਇੰਨੇ ਹਜ਼ਾਰ, ਇਹ ਪ੍ਰਮਾਣ ਆ, ਇਹ ਵੀ ਪ੍ਰਮਾਣ ਆ। ਦਿਸ਼ਾਨ ਭਇਓ ਅੰਧਿਆਰ, ਬਸ ਸਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ, ਇੰਨੀ ਤਾਂ ਦੱਸ ਸਕਦੇ ਹਾਂ। ਤੀਰਾਂ ਦੀ ਗਿਣਤੀ ਨਹੀਂ ਦੱਸ ਸਕਦੇ, ਅੰਦਾਜ਼ਾ ਨਹੀਂ ਲਾ ਸਕਦੇ ਤੀਰਾਂ ਦਾ ਕਿੰਨੇ ਛੁੱਟੇ ਨੇ, ਪਰ ਹਨੇਰਾ ਹੋ ਗਿਆ ਸਾਰੇ। ਟੂਕ ਟੂਕ ਪਰੇ ਜਹਾਂ ਤਹ ਮਾਰ ਮਾਰ ਜੁਝਾਰ। ਟੁਕੜੇ ਟੁਕੜੇ ਹੋ ਕੇ ਸੂਰਮੇ ਗਿਰੇ ਪਏ ਨੇ, ਟੁਕੜੇ ਕਰਨ ਵਾਲੇ ਵੀ ਸੂਰਮੇ, ਟੁਕੜੇ ਹੋਣ ਵਾਲੇ ਵੀ ਸੂਰਮੇ ਨੇ। ਕਰਨ ਵਾਲੇ ਵੀ ਸੂਰਮੇ ਨੇ, ਡਿੱਗਣ ਵਾਲੇ ਵੀ ਸੂਰਮੇ ਨੇ, ਦੋਹਾਂ ਪਾਸੇ ਤੇ ਲੜਦੇ ਨੇ, ਜੰਗ ਹੋ ਰਹੀ ਹੈ। ਕੋਈ ਗਿਰ ਰਿਹਾ, ਕੋਈ ਗਿਰ, ਜਿਹੜਾ ਹੁਣ ਕਰਾ ਰਿਹਾ ਘੜੀ ਨੂੰ ਉਹ ਵੀ ਗਿਰ ਸਕਦਾ। ਦੇਵ ਗੰਧਾਰੀ ਮਾਰੂ ਸ਼ਬਦ ਸੁਹਾਵਨ ਬਾਜੇ। ਜੇ ਜੇ ਹੁਤੇ ਸੁਬਟ ਰਣ ਸੁੰਦਰ ਗਹਿ ਗਹਿ ਅਯੁੱਧ ਗਾਜੇ। ਮਾਰੂ ਸ਼ਬਦ ਤਾਂ ਮਾਰੋ ਮਾਰਦੇ ਵੱਜਦੇ ਨੇ, ਮਾਰੂ ਸ਼ਬਦ ਸੁਹਾਵਨ ਬਾਜੇ, ਪਰ ਉਹਨਾਂ ਨੂੰ ਬੜੇ ਸੋਹਣੇ ਲੱਗਦੇ ਨੇ। ਉਦੋਂ ਮਾਰੂਆਂ ਤੇ ਮਸਤ ਹੁੰਦੇ ਨੇ ਮਾਰੂ ਸ਼ਬਦ ਸੁਣ ਕੇ। ਉਹ ਜਿਹੜੇ ਹੁੰਦੇ ਨੇ ਉਦੋਂ ਨਗਾਰਾ ਔਰ ਉਹ ਜਿਹੜੇ ਹੁੰਦੇ ਨੇ ਸੰਖ, ਉਹ ਜਿਸ ਤਰੀਕੇ ਨਾਲ ਵੱਜਦੇ ਨੇ ਮਾਰੂ ਹੁੰਦੇ ਨੇ। ਮਾਰੂ ਮਤਲਬ ਵੱਜਦੇ ਨੇ, ਚੜ ਕੇ ਜਾਣਾ ਦੂਰ, ਮਾਰੂ ਨਾਲੇ ਮਾਰਦਾ ਨਾ ਜਾ ਕੇ। ਉਹ ਉਤਸ਼ਾਹਤ ਕਰਨ ਵਾਲੇ ਹੁੰਦੇ ਨੇ, ਜੰਗ ਨੂੰ ਜੰਗ ਦਾ ਵੀਰ ਰਸ ਭਰਨ ਵਾਲੇ ਹੁੰਦੇ ਨੇ। ਜੇ ਜੇ ਹੁਤੇ ਸੁਹਾਵਣੇ ਲੱਗਦੇ ਨੇ, ਉਹਨਾਂ ਨੂੰ ਸੁਹਾਵਣੇ ਲੱਗਦੇ ਨੇ। ਜੇ ਜੇ ਹੁਤੇ ਸੁਭਟ ਰਣ ਸੁੰਦਰ ਗਹਿ ਗਹਿ ਯੁੱਧ ਗਾਜੇ। ਜਿਹੜੇ ਜਿਹੜੇ ਸੁਭੱਟ ਸੀ, ਚੰਗੇ ਸੂਰਮੇ ਸੀ, ਕਾਇਰ ਵੀ ਹੁੰਦੇ ਨੇ ਨਾ ਵਿੱਚ, ਉਹ ਤਾਂ ਹਥਿਆਰ ਫੜ ਫੜ ਕੇ ਫੇਰ ਆਉਂਦੇ ਨੇ ਜੋਸ਼ ਦੇ ਵਿੱਚ, ਸੁਣ ਸੁਣ ਕੇ ਸ਼ਬਦ ਉਹਨਾਂ ਨੂੰ ਜੋਸ਼ ਚੜ੍ਹਦਾ, ਫੇਰ ਗੱਜਦੇ ਨੇ ਆ ਕੇ ਉਹ। ਕਵਚ ਪਹਿਰ ਪਾਖੜ ਸੋ ਡਾਰੀ ਔਰੇ ਆਯੁਧ ਸਾਜੇ। ਕਬਜਾ ਪੈ ਲਿਆ, ਦੂਏ ਲੜਾਈ ਅਗਲੇ ਦਿਨ ਦੀ ਚੱਲ ਪਈ ਨਾ। ਫਿਰ ਕਬਜਾ ਪੈ ਲਿਆ, ਘੋੜਿਆਂ ਦੇ ਪਾਲੇ ਪਾਖੜੇ ਫੇਰ ਕਸ ਲਏ, ਔਰੇ ਆਯੁਧ ਸਾਜੇ। ਯੁੱਧ ਦੇ ਸਾਜ ਚੱਕ ਲਏ, ਫੇਰ ਹਥਿਆਰ ਚੱਕ ਲਏ। ਭਰੇ ਗੁਮਾਨ ਸੁਭਟ ਸਿੰਘਣ ਜਿਉ ਆਹਬ ਭੂਮ ਬਿਰਾਜੇ। ਗੁਮਾਨ ਦੇ ਭਰੇ ਨੇ, ਗੁਮਾਨ ਹੁੰਦਾ ਹੀ ਹੈ ਜੰਗ ਦੇ ਵਿੱਚ। ਵੀਰ ਰਸ ਤੋਂ ਬਿਨਾਂ ਗੁਮਾਨ ਹੁੰਦਾ ਜ਼ਰੂਰ, ਜਾਂ ਤਾਂ ਹੰਕਾਰ ਦੇ ਸੈਂਸ ਵਿੱਚ ਲੜੂਗਾ ਜਾਂ ਵੀਰ ਰਸ ਦੀ ਸੈਂਸ 'ਚ ਲੜੂਗਾ। ਤ੍ਰਿਕੁਟੀ 'ਚ ਖੜ ਕੇ ਲੜੂਗਾ ਤਾਂ ਗੁਮਾਨ ਮੰਨਿਆ ਜਾਊਗਾ। ਜੇ ਆਪਣੇ ਇੱਕ ਮਨ ਇੱਕ ਚਿੱਤ ਹੋ ਕੇ ਲੜੂਗਾ, ਸੱਚ ਵਾਸਤੇ ਜਾਂ ਲੜਦਾ, ਇੱਕ ਮਨ ਇੱਕ ਚਿੱਤ ਹੋ ਕੇ ਵਾਸਤੇ ਲੜਦਾ। ਫਿਰ ਜੇ ਆਪਣੇ ਵਾਸਤੇ ਲੜਦਾ, ਸੰਸਾਰੀ ਆਪਣੀ ਇੱਜ਼ਤ ਵਾਸਤੇ ਜਾਂ ਸੰਸਾਰੀ ਹੋਮੇ ਵਾਸਤੇ ਲੜਦਾ, ਫਿਰ ਗੁਮਾਨ ਨਾਲ ਲੜਦਾ। ਆਹਬ ਭੂਮ ਬਿਰਾਜੇ। ਹਾਂ, ਜੰਗ ਮੈਦਾਨ 'ਚ ਆ ਕੇ ਆਹਬ ਹੁੰਦਾ। ਜੰਗ ਆਹਬ ਜੰਗ ਨੂੰ ਕਹਿੰਦੇ ਨੇ। ਭੂਮ ਜੰਗੇ ਮੈਦਾਨ 'ਚ ਆ ਕੇ ਖੜੇ ਖਲੋਗੇ। ਗਹਿ ਗਹਿ ਚੱਲੇ ਸਦਾ ਗਾਜੀ ਸਭ ਸੁਭਟ ਅਯੋਧਨ ਕਾਜੇ। ਹਾਥੀਆਂ ਦੇ ਹਾਥੀ ਲੈ ਲੈ, ਹਾਥੀਆਂ ਤੇ ਚੜ੍ਹ ਕੇ ਚੱਲ ਪਏ। ਕੁਝ ਘੋੜਿਆਂ ਤੇ ਨੇ, ਕੁਝ ਹਾਥੀਆਂ ਤੇ। ਗਾਜੀ ਸਭ
ਸਭ ਸੁਭਟ ਅਯੋਧਨ ਕਾਜੇ। ਹਾਂ ਇਹੋ ਤਨ ਹੁੰਦਾ ਯੁੱਧਾਂ ਦੇ ਕਾਰਨ। ਸੁਭਾਟਾਂ ਨੇ ਹਥਿਆਰ ਚੱਕੇ ਨੇ, ਯੁੱਧ ਕਰਨ ਦੇ, ਹਾਥੀ ਘੋੜੇ ਲਏ ਨੇ, ਯੁੱਧ ਦੇ ਸਾਜ਼ ਨੇ ਸਾਰੇ, ਯੁੱਧ ਕਰਨ ਵਾਸਤੇ ਸਾਰੇ ਲਏ ਨੇ। ਹਾਥੀ ਘੋੜਿਆਂ ਤੋਂ ਵੀ ਚੜ੍ਹ ਕੇ ਜਾਂਦੇ ਨੇ, ਹਥਿਆਰ ਪਹਿਨ ਕੇ ਹਰ ਵਕਤ ਜਾਂਦੇ ਸੀ। ਪਰ ਇਹ ਯੁੱਧ ਨੂੰ ਚੱਲੇ ਨੇ, ਯੁੱਧ ਵਾਸਤੇ, ਯੁੱਧ ਕਰਨ ਵਾਸਤੇ ਚੱਕੇ ਨੇ। ਆਹਵ ਭੂਮੀ ਸੂਰ ਅਸ ਸੋਭੇ, ਨਿਰਖ ਇੰਦਰ ਦੁੱਤ ਲਾਜੇ। ਆਪ ਭੂਮੀ ਦੇ ਵਿੱਚ ਜੰਗੇ ਮੈਦਾਨ 'ਚ ਆਪ ਭੂਮ ਸੂਰ ਅਸ ਸੋਭੇ, ਸੂਰ ਨੇ ਜਿਹੜੇ ਐਸੇ ਸੁਭਾਵਾਨ, ਐਸੇ ਸੋਭ ਰਹੇ ਨੇ। ਨਿਰਖ ਇੰਦਰ ਦੁੱਤ ਲਾਜੇ। ਇੰਦਰ ਵੀ ਦੇਖ ਕੇ ਇੰਦਰ ਦਾ ਹੌਸਲਾ ਵੀ ਡੋਲਦਾ। ਇੰਦਰ ਯੋਧਾ ਜਿਹੜਾ ਬੜਾ ਮੰਨਿਆ ਜਾਂਦਾ ਨਾ ਜਾਂ ਜੰਗ ਕਰਨ ਵਾਸਤੇ, ਉਹਦੀ ਵੀ ਕਹਿੰਦਾ ਜਿਹੜੀ ਛਵੀ ਹੈ ਨਾ, ਹਾਂ ਉਹ ਇੰਨੇ ਹੌਸਲੇ ਨੇ। ਇੰਦਰ ਤਾਂ ਭੱਜ ਜਾਂਦਾ ਹੁੰਦਾ, ਇੰਦਰ ਤਾਂ ਲਾਇਦਾ, ਇੰਦਰ ਤਾਂ ਭੱਜ ਜਾਂਦਾ ਹੁੰਦਾ ਦੌਤ ਖਾ ਕੇ। ਇੰਦਰ ਤਾਂ ਕਈ ਵਾਰ ਭੱਜਦਾ ਦਿਖਾਇਆ। ਇਹ ਭੱਜਣ ਵਾਲਾ ਕੋਈ ਨਹੀਂ ਨਾ, ਅੜੇ ਹੋਏ ਨੇ, ਤਾਂ ਕਰਕੇ ਉਹਨੂੰ ਸ਼ਰਮ ਆਉਂਦੀ ਹੈ ਵੀ ਕੱਲ ਗਏ ਨੇ ਫੇਰ ਅੱਜ ਆ ਗਏ, ਤਾਂ ਦੂਏ ਦਿਨ ਆਉਂਦਾ ਹੀ ਨਹੀਂ ਹੁੰਦਾ ਇੰਦਰ ਤਾਂ। ਹਾਂਜੀ, ਟੂਕ ਟੂਕ ਹੋਏ ਗਿਰੇ ਧਰਨ ਪਰ, ਆਹਵ ਛੋਰ ਨ ਭਾਜੇ। ਟੁਕ ਟੁਕ ਕਰਕੇ ਧਰਤੀ ਤੇ ਗਿਰੀ ਜਾਂਦੇ ਨੇ ਭਾਵੇਂ, ਪਰ ਆਹਵ ਛੋਰ ਨ ਭਾਜੇ। ਹਾਂ ਨਾ ਨਹੀਂ ਛੱਡ ਕੇ ਭੱਜਦੇ, ਪੈਰ ਨਹੀਂ ਪਿੱਛੇ ਹਟਾਉਂਦੇ। ਪ੍ਰਾਪਤ ਅੱਜ ਤਾਈਂ ਇੰਦਰ ਜ਼ਖਮੀ ਹੋਇਆ ਨਹੀਂ। ਇੰਦਰ ਕਦੇ ਇਹਦੀ ਬਾਂਹ ਦਾ ਕਿਤੇ ਤੀਰ ਨਹੀਂ ਲੱਗਿਆ ਹੋਇਆ ਸਾਬਤ ਹੋਇਆ, ਕਿਤੇ ਜ਼ਖਮੀ ਹੋਇਆ ਨਹੀਂ ਸਾਬਤ ਹੋਇਆ। ਇਹਦਾ ਹੁਣ ਕਦੇ ਲੜਿਆ ਹੀ ਨਹੀਂ ਇਹ, ਤਾਂ ਕਰਕੇ ਉਹ ਉਹਨੂੰ ਕਹਿੰਦੇ ਸ਼ਰਮਸਾਰ ਹੁੰਦਾ। ਹਾਂ ਭੱਜ ਜਾਂਦਾ ਹੁੰਦਾ ਹੈ, ਲੜਾਈ ਤੋਂ ਪਹਿਲਾਂ ਹੀ ਭੱਜ ਜਾਂਦਾ ਹੈ। ਦੇਵਤੇ ਵੀ ਬਹੁਤੇ ਭੱਜਦੇ ਹੀ ਹੁੰਦੇ ਨੇ, ਲੜਦੇ ਨਹੀਂ ਹੁੰਦੇ। ਪ੍ਰਾਪਤ ਭਏ ਦੇਵ ਮੰਦਰ ਕਹਿ, ਸ਼ਸਤਰ ਸੁਭਟ ਨਿਵਾਜੇ। ਪ੍ਰਾਪਤ ਭੈ ਦੇਵ ਮੰਦਰ ਕਹਿ, ਦੇਵ ਮੰਦਰ ਕਹੇ, ਉਹੀ ਦੇਵ ਮੰਦਰ ਫਿਰ ਆ ਗਿਆ। ਉਹ ਦਿਵਾਲਿਆਂ ਨੂੰ ਦੇਵ ਮੰਦਰ ਕਹਿੰਦਾ। ਹਾਂ ਦੇਵ ਮੰਦਰ ਨੂੰ ਪ੍ਰਾਪਤ ਹੋਈ ਜਾਂਦਾ ਨੇ, ਨਿਜ ਘਰ ਦੀ ਪ੍ਰਾਪਤੀ ਕਰੀ ਜਾਂਦੇ ਨੇ। ਪ੍ਰਾਪਤ ਭਏ ਦੇਵ ਮੰਦਰ ਕਹਿ, ਹਾਂ ਉਹ ਦੇਵ ਮੰਦਰ ਫਿਰ ਸ਼ਸਤਰ ਸੁਭਟ ਨਿਵਾਜੇ। ਹਾਂ ਕਿਉਂਕਿ ਜੰਗ ਦੋ ਧਰਮਾਂ ਦੀ ਚੱਲਦੀ ਹੈ। ਉਹ ਆਪਣੇ ਧਰਮ ਤੇ ਖੜੇ ਨੇ, ਉਹ ਆਪਣੇ ਧਰਮ ਤੇ ਖੜੇ ਨੇ। ਉਹ ਵੀ ਧਰਮ ਨੂੰ ਠੀਕ ਮੰਨੀ ਬੈਠੇ ਨੇ, ਦੂਏ ਪਾਸੇ ਵਾਲੇ। ਨਾ ਨਾ ਅਦੇਵ ਕੋਈ ਵੀ ਨਹੀਂ ਹੈ। ਜਿਹੜੇ ਦੱਤਾਤਰੇయ ਦੇ ਉਹਨੇ ਅਸਲ ਦੇ ਵਿੱਚ ਅਗਿਆਨਤਾ ਜ਼ਰੂਰ ਹੈ, ਅਗਿਆਨਤਾ ਜ਼ਰੂਰ ਹੈ ਉਹਨਾਂ ਨੂੰ, ਪਰ ਲੜਦੇ ਧਰਮ ਦੀ ਲੜਾਈ। ਸੰਨਿਆਸੀ ਵੀ ਜਿਹੜੇ, ਹਾਂ ਸੰਨਿਆਸੀ ਨੇ ਜਿਹੜੇ, ਉਹ ਆਪਣੇ ਹਿਸਾਬ ਨਾਲ ਤਾਂ ਲੜਦੇ ਨੇ। ਲੜਾਈ ਧਰਮ ਦੀ, ਜਿਵੇਂ ਹੁਣ ਇਸਲਾਮ ਵਾਲੇ ਲੜਦੇ ਨੇ, ਠੀਕ ਹੈ, ਪੂਰੇ ਚਾਹੇ ਪੂਰਾ ਧਰਮ ਨਹੀਂ ਮੰਨਿਆ ਗੁਰਬਾਣੀ ਨੇ, ਪਰ ਲੜਦੇ ਤਾਂ ਉਹ ਧਰਮ ਖਾਤਰ ਨੇ। ਉਹਨਾਂ ਨੇ ਕਿਹਾ ਸੀਗਾ ਬਈ ਅਸੀਂ ਲੜਦੇ ਹਾਂ ਧਰਮ ਵਾਸਤੇ, ਅਮਰੀਕਾ ਲੜਦਾ ਤੇਲ ਵਾਸਤੇ, ਅਖੀਰ ਸਾਡੀ ਜਿੱਤ ਹੋਊਗੀ। ਤਾਲਿਬਾਨ ਨੇ ਕਿਹਾ ਸੀ ਆਖਰੀ ਜਿੱਤ ਸਾਡੀ ਹੋਊਗੀ। ਤੇ ਉੱਥੇ ਅਮਰੀਕਾ 'ਚ ਹਾਹਾਕਾਰ ਪਿਆ ਹੋਇਆ, ਤੇਲ ਵਾਲੇ ਜਿਹੜੇ ਲੋਕ ਨੇ ਉਹ ਮੁੱਠੀ ਭਰ ਨੇ, ਮਾਰਨ ਵਾਲੇ ਦੂਏ ਨੇ ਗਰੀਬ। ਉੱਥੇ ਨਵੀਂ ਚਰਚਾ ਚੱਲਦੀ ਵੀ ਅਸੀਂ ਕਿਉਂ ਮਰੀਏ, ਪੰਗੇ ਤੁਸੀਂ ਲੈਂਦੇ ਹੋ, ਤੁਹਾਡਾ ਆਪਣਾ ਇੰਟਰਸਟ ਹੈ। ਉਹ ਅਮਰੀਕਾ ਦਾ ਇੰਟਰਸਟ ਨਹੀਂ ਹੈ, ਕੁਛ ਆਦਮੀਆਂ ਦਾ ਇੰਟਰਸਟ ਹੋਊਗਾ। ਉੱਥੇ ਇਹ ਜਿਹੇ ਖਿਆਲ ਹੈ ਨਵਾਂ ਪੈਦਾ ਹੋ ਗਿਆ। ਉਹਨਾਂ ਦਾ ਧਰਮ ਦੀ ਯੁੱਧ ਹੈ, ਉਹਨਾਂ ਨੂੰ ਨਵੇਂ ਗੁੰਡੇ ਮਿਲੀ ਜਾਂਦੇ। ਉੱਥੇ ਜਹਾਦ ਹੈ ਨਾ, ਉਹ ਜਹਾਦ ਦੀ ਲੜਾਈ ਲੜਦੇ ਨੇ, ਇਹ ਇੰਟਰਸਟ ਦੀ ਲੜਾਈ ਲੜਦੇ ਨੇ। ਦੁਨਿਆਵੀ ਇਹਨਾਂ ਦਾ ਹਾਨੀ ਲਾਭ ਦੀ ਲੜਾਈ ਲੜਦੇ, ਦੁਨਿਆਵੀ ਧਨ ਦੀ ਲੜਾਈ ਲੜਦੇ। ਇਸ ਕਰਕੇ ਇਹ ਡਿਫੈਂਸਿਵ ਹੋਏ ਹੋਏ, ਮੁਸ਼ਕਿਲ ਹੋਈ ਹੋਈ ਹੈ। ਬੰਦੇ ਨਹੀਂ ਮਿਲ ਰਹੇ ਇਹਨਾਂ ਨੂੰ, ਤੇ ਜ਼ਬਰਦਸਤੀ ਇਹਨਾਂ ਨੂੰ ਉੱਥੇ ਸਾਨੂੰ ਮਿਲਟਰੀ ਜਾਣਾ ਹੀ ਪੈਂਦਾ। ਜੇ ਆਪਸ਼ਨ ਹੋਵੇ ਤਾਂ ਮੁਸ਼ਕਿਲ ਹੋ ਜੂਗਾ। ਕਲਿਆਣ ਦੈਦਿਸ ਧਾਵਤ ਭਏ ਜੁਝਾਰੇ,
ਦਹਿ ਦੇ ਸਤਾਵਤ ਭੈ ਜੁਝਾਰੇ। ਜਿਹੜੇ ਯੋਧੇ ਨੇ ਜੁਝਾਰੇ ਨੇ, ਦਸਾਂ ਦਿਸ਼ਾਵਾਂ 'ਚ ਫੈਲ ਗਏ, ਦਸਾਂ ਦਿਸ਼ਾਵਾਂ 'ਚ ਫੈਲ ਗਏ। ਦਸਾਂ ਦਿਸ਼ਾਵਾਂ 'ਚ ਕਿਵੇਂ ਫੈਲ ਗਏ? ਦਿਸ਼ਾਵਾਂ ਤਾਂ 8 ਹੀ ਨੇ ਸੰਸਾਰ ਤੇ। ਦਹਿ ਦੇ ਸਤਾਵਤ ਭਏ, ਇਹ ਦਹਿ ਦੇ ਸਤਾਵਤ ਭੈ। ਕੁਛ ਤਾਂ ਜਿਹੜੇ ਦੇਵਲੋਕ ਜਾਈ ਜਾਂਦੇ ਉੱਪਰ ਚਲੇ ਗਏ ਉਹ। ਹੈਂ? ਉਹ ਜਿਹੜੇ ਮੂਜੀ ਨੇ ਨਰਕ ਜੋ ਨਰਕ ਵੱਲ ਨੂੰ ਚਲੇ ਜਾਂਦੇ ਨੇ। ਆਉਂਦਾ ਤੇ ਜਾ ਦੂਏ ਜਿਹੜੇ ਭੱਜ ਗਏ ਇੱਥੋਂ ਛੱਡ ਕੇ, ਜਿਹੜੇ ਮੈਦਾਨ ਛੱਡ ਕੇ ਚੋਰੀ ਛੁਪੇ ਭੱਜੀ ਜਾਂਦੇ ਨੇ, ਨਰਕ ਚਲੇ ਗਏ। 2 ਦਿਸ਼ਾਵਾਂ ਤੈਅ ਹੋ ਗਈ। ਜੰਗ 'ਚ ਉਹ ਵੀ ਚਲੇ ਗਏ, ਉਹ ਸਰੀਰ ਦੇ ਕੇ ਚਲੇ ਗਏ, ਇੱਕ ਸਰੀਰ ਲੈ ਕੇ ਚਲੇ ਗਏ, ਭੱਜ ਗਏ। ਜੰਗ 'ਚੋਂ ਦੋਏ ਗੈਰ ਹਾਜ਼ਰ ਹੋ ਗਏ। ਸਰੀਰ ਜਿਹਨਾਂ ਦਾ ਖਤਮ ਹੋ ਗਿਆ ਉਹ ਵੀ ਖੁਸ਼ੀ ਨਾਲ ਸਰੀਰ, ਮਤਲਬ ਹੈ ਜਿਹੜੇ ਜੰਗ 'ਚ ਜੂਝ ਗਏ, ਇੱਕ ਧੱਕੇ ਧਕਾਏ ਜੂਝ ਗਏ, ਚਲੋ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਗਏ। ਜਿਹੜੇ ਭੱਜ ਗਏ ਉਹ ਨਰਕ ਚਲੇ ਗਏ। ਮੌਕੇ 'ਤੇ ਆ ਕੇ ਡਿਊਟੀ ਤੋਂ ਭੱਜ ਗਏ। ਤਨਖਾਹ ਕਾਹਦੀ ਲੈਂਦੇ ਸੀ? ਤਨਖਾਹ ਤਾਂ ਲੈਂਦੇ ਸੀ ਮਰਨ ਦੀ, ਲੜਨ ਦੀ। ਤੇ ਹੁਣ ਮੌਕੇ 'ਤੇ ਆ ਕੇ ਭੱਜ ਗਏ, ਉਹ ਨਰਕ ਚਲੇ ਗਏ। ਸਰੀਰ ਤਾਂ ਕਰ ਛੱਡਣਾ ਪਊ ਜਦ ਵੀ, ਹੋਰ 2 ਸਾਲ 4 ਸਾਲ 10 ਸਾਲ ਜੋ ਵੀ, ਲੇਕਿਨ ਉਹ ਜਿਹੜੀ ਜ਼ਿੰਦਗੀ ਜਿਉਣਗੇ ਜ਼ਮੀਰ ਤੋਂ ਜ਼ਮੀਰ ਤੋਂ ਕਰਕੇ ਥੱਲੇ, ਉਹ ਨਰਕ ਚਲੇ ਗਏ। ਤੇ ਮੁਦਰਾ ਬਾਕੀ 8 ਦਿਸ਼ਾਵਾਂ 'ਚ ਲੜਦੇ ਹੈਗੇ ਹੀ ਨੇ। 8 ਦਿਸ਼ਾਵਾਂ ਤਾਂ ਫੈਲਿਆ ਹੋਇਆ ਹੈ ਉਹ ਲੜਾਈ। ਐਂ 10 ਦਿਸ਼ਾਵਾਂ ਲਿਖਤੀਆਂ। ਇਹ ਕੁਝ ਨੁਕਤੇ ਹੁੰਦੇ ਨੇ ਜਿਹੜੇ ਕਲੀਅਰ ਕਰਨੇ ਹੁੰਦੇ ਨੇ। ਉਹ ਧਰਮ ਦੇ ਐਂਗਲ ਤੋਂ ਨੁਕਤੇ ਕਲੀਅਰ ਜਿਹੜੇ ਕਰਨੇ ਨੇ ਉਹ ਜ਼ਰੂਰੀ ਨੇ। ਹਥਿਆਰਾਂ ਹਥੂਰਾਂ ਦੇ ਨਾਂ ਤਾਂ ਚਲੋ ਉਹ ਤਾਂ ਕੋਈ ਖਾਸ ਲੜਾਈ ਦਾ ਗੱਲ, ਜੰਗ ਦਾ ਲਕਸ਼ਾ ਤਾਂ ਚੱਲੀ ਉਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ। ਮੁਦਗਰ ਗੁਫਨ ਗੁਰਜ ਗੋਲਾਲੇ ਪਟਸ ਪਰਗ ਪ੍ਰਹਾਰੇ। ਇਹ ਜਿਹੇ ਨੇ ਮੁਦਗਰ ਨੇ, ਗੁਰਜ ਗੋਪਨ ਗੋਪੀਏ ਨੂੰ ਕਹਿੰਦੇ ਨੇ। ਉਹ ਬੱਟਾ ਚਲਾ ਕੇ ਮਾਰਦੇ ਹੁੰਦੇ ਸੀ ਅੱਗੇ ਪਾ ਕੇ, ਉਹ ਵੀ ਦੂਰ ਜਾਂਦਾ ਨਾ ਬੱਟਾ। ਇੱਕ ਹੁੰਦਾ ਗੋਲਾ, ਹੁੰਦਾ ਜੰਜੀਰ ਦੇ ਵਿੱਚ ਬੰਨਿਆ ਹੋਇਆ ਹੁੰਦਾ ਗੋਲਾ, ਉਹਦੇ ਗੋਲੇ ਦੇ ਆਲੇ ਦੁਆਲੇ ਕਿੱਲ ਹੁੰਦੇ ਨੇ। ਉਹ ਜੇ ਤਾਂ ਢਾਲ ਦੇ ਉੱਤੇ ਪੈ ਜਾਏ ਤਾਂ ਰੁਕ ਜਾਂਦਾ। ਜੇ ਕਿਤੇ ਅੱਗੇ ਪਿੱਛੇ ਪੈ ਜਾਏ ਫਿਰ ਉਹ ਰੁਕਦਾ ਨਹੀਂ। ਸੰਗਲੀ ਹੁੰਦੀ ਹੈ ਨਾ, ਉਹ ਟੇਢਾ ਹੋ ਕੇ ਲੱਗਦਾ। ਪਟਸ ਪਰਗ ਪ੍ਰਹਾਰੇ। ਪੱਟਸ ਹੁੰਦਾ ਇੱਕ ਲੱਕੜ ਦਾ, ਉਹ ਨਾ ਉਹਦਾ ਡੰਡਾ ਹੁੰਦਾ ਲੋਹੇ ਦਾ, ਉਹਨੂੰ ਫੰਨਰ ਲਾਇਆ ਹੁੰਦਾ ਇੱਕ, ਮਤਲਬ ਲੋਹੇ ਦਾ ਪਟਾ ਕਹਿੰਦੇ ਨੇ ਉਹਨੂੰ। ਉਹ ਪਟਾ ਵੀ ਮਾਰੀ ਦਾ ਜਦ, ਉਹ ਜੇ ਢਾਲ ਵੀ ਹੋਵੇ ਤਾਂ ਉੱਪਰ ਦੀ ਆ ਕੇ ਲੱਗਦਾ, ਮੁੱਚ ਜਾਂਦਾ, ਉਹ ਲੰਬਾ ਹੁੰਦਾ। ਉਹਦੇ ਨਾਲ ਦੇ ਪ੍ਰਹਾਰ ਕਰਦੇ ਨੇ ਗੁਰਜ। ਹਾਂ ਪਟਾ ਚਲਾਉਂਦੇ ਨੇ ਜਿਹੜੇ, ਉਹ ਰੁਕਦਾ ਨਹੀਂ ਹੈ। ਜੇ ਰੋਕੂਗੇ ਉਹਨੇ ਮੁੜ ਕੇ ਲੱਗ ਜਾਣਾ। ਉਸ ਵੇਲੇ ਇਹੋ ਜਿਹੇ ਹਥਿਆਰ ਸੀਗੇ। ਹਾਂ, ਉਹ ਨਿਗਾਹ ਸਿੰਘਾਂ ਕੋਲ ਹਥਿਆਰ ਉਹ ਮਿਲਦੇ ਨੇ, ਨਿਸ਼ਾਨੀ ਜਿਹੜੇ ਇਹਦੇ ਵਿੱਚ ਨੇ, ਜਿਹੜੇ ਇਹਦੇ ਵਿੱਚ ਲਿਖੇ ਹਥਿਆਰ ਨੇ ਨਾ, ਉਹ ਫਿਰ ਉਹੋ ਜਿਹੇ ਰੱਖਦੇ ਨੇ, ਚਾਹੇ ਵਰਤਣ ਚਾਹੇ ਨਾ ਵਰਤਣ, ਉਹ ਰੱਖਦੇ ਨੇ ਇੱਥੇ। ਗਿਰ ਗਿਰ ਪਰੇ ਸੁਭਟ ਰਣ ਮੰਡਲ ਜਾਨ ਬਸੰਤ ਖਿਲਾਰੇ। ਹਾਂ, ਸੁਭਟ ਜਿਹੜੇ ਸੂਰਮੇ ਨੇ ਜ਼ਖਮੀ ਹੋ ਕੇ ਰਣ ਮੰਡਲ ਦੇ ਵਿੱਚ ਗਿਰ ਰਹੇ ਨੇ, ਸ਼ਹੀਦ ਹੋ ਰਹੇ ਨੇ। ਮਤਲਬ ਹੈ ਉਹਨਾਂ ਦੇ ਉੱਤੇ ਖੂਨ ਸਰੀਰ ਦੇ ਉੱਤੇ ਕੱਪੜਿਆਂ 'ਤੇ ਡੁੱਲਦਾ। ਐਂ ਸਮਝ ਲਓ ਬਸੰਤ ਦੇ ਜਿਵੇਂ ਫੁੱਲ ਖਿੜੇ ਹੁੰਦੇ ਨੇ, ਕਿਸੇ ਦੇ ਵੱਧ ਹੈ ਕਿਸੇ ਦੇ ਘੱਟ ਹੈ, ਇਉਂ ਲੱਗਦੇ ਨੇ। ਉਠ ਉਠ ਭਏ ਜੁੱਧ ਕੋ ਪ੍ਰਾਪਤ ਰੋਹ ਭਰੇ ਰਜਵਾਰੇ। ਕਈ ਡਿੱਗ ਪੈਂਦੇ ਨੇ, ਸੱਟ ਲੱਗਦੀ ਹੈ, ਫਿਰ ਉੱਠ ਖੜਦੇ ਨੇ, ਫਿਰ ਗੁੱਸੇ ਨਾਲ ਹੋ ਕੇ ਫਿਰ ਜੰਗ ਕਰਨ ਲੱਗ ਜਾਂਦੇ ਨੇ। ਡਿੱਗ ਜਾਂਦੇ ਨੇ, ਕੋਈ ਚੋਟ ਚਾਟ ਲੱਗੀ ਤੇ ਜਾਂ ਅੜ ਕੇ ਡਿੱਗ ਜਾਂਦੇ ਨੇ, ਫਿਰ ਉੱਠਦੇ ਨੇ ਗੁੱਸੇ ਨਾਲ, ਰੋਹ ਭਰੇ ਰਜਵਾਰੇ, ਰੋਹ ਨਾਲ ਫਿਰ ਜੰਗ ਕਰਨ ਲੱਗ ਜਾਂਦੇ ਨੇ ਉੱਠ ਕੇ। ਭਖ ਭਖ ਵੀਰ ਪੀਸ ਦਾਤਨ ਗਹਿ ਰਣ ਮੰਡਲੀ ਹਕਾਰੇ। ਹਾਂ, ਗੁੱਸੇ ਨਾਲ ਭਖੇ ਹੋਏ, ਭਖ ਕੇ ਦੰਦਾਂ ਨੂੰ ਪੀ ਕੇ, ਦੰਤਨ ਕੋ ਕਹੇ, ਪੀਸ ਦਾਤਨ ਗਹਿ, ਦੰਦਾਂ ਨੂੰ ਪੀ ਕੇ ਫਿਰ ਜੋ ਮਤਲਬ ਹੈ ਪੈਂਦੇ ਨੇ ਦੂਏ ਰਣ ਮੰਡਲੀ ਹਕਾਰੇ। ਹਾਂ, ਫਿਰ ਕਹਿੰਦੇ ਨੇ ਵੀ ਅੱਜ ਅਸੀਂ ਹੈਗੇ ਆ, ਮਤਲਬ ਇੱਕ ਪਾਸਾ ਕਰਕੇ ਜਾਵਾਂਗੇ, ਜਾਂਦੇ ਨਹੀਂ, ਭਜਦੇ ਨਹੀਂ ਤੱਕ, ਇੱਕ ਦੂਏ ਨੂੰ ਉਹ ਮਤਲਬ ਲਲਕਾਰਦੇ ਨੇ।
ਵਰਛੀ ਬਾਣ ਕਿਰਪਾਨ ਗਜਾਇਤ ਅਸਤਰ ਸ਼ਸਤਰ ਸੰਭਾਲੇ। ਬਰਛੀਆਂ ਬਾਣ ਕਿਰਪਾਨਾਂ ਅਸਤਰ ਸ਼ਸਤਰ ਸਾਰੇ ਹੀ ਵਰਤਦੇ ਨੇ, ਪ੍ਰਹਾਰ ਕਰਦੇ ਨੇ। ਜਿਹਦੇ ਕੋਲ ਜਿਹੋ ਜਿਹਾ ਹੈਗਾ ਆਪਣੇ ਆਪਣੇ ਹਥਿਆਰ ਚਲਾਉਂਦੇ ਨੇ। ਭਸਮੀ ਭੂਤ ਭਏ ਗੰਧਰਵ ਗਣ ਦਾਜਤ ਦੇਵ ਪੁਕਾਰੇ। ਕਹਿੰਦੇ ਜਿਹੜੇ ਭਸਮ ਲਾਉਂਦੇ ਹੁੰਦੇ ਸੀ ਨਾ, ਭਸਮੀ ਭੂਤ ਭਏ ਗੰਧਰਵ ਗਣ। ਭੂਤ ਪਹਿਲਾਂ, ਭੂਤ ਮਤਲਬ ਪਹਿਲਾਂ ਜੰਗ ਤੋਂ ਪਹਿਲਾਂ ਤਾਂ ਐ ਸੀ ਵੀ ਸਾਧ ਨੇ ਭਸਮ। ਕਹਿੰਦੇ ਗੰਧਰਵ ਗਣ ਹੋਏ ਨੇ ਤਾਂ ਮਰਨਾ ਮੜ ਲਿਆ ਇਹਨਾਂ ਨੇ। ਹੁਣ ਪਿਆਰ ਭਸਮੀ ਰੂਪ ਹੋ ਗਿਆ। ਭੂਤ ਭਏ ਗੰਧਰਵ ਗਣ ਭਏ। ਹਾਂ ਹੁਣ ਉੱਪਰ ਉੱਠ ਗਏ ਸਰੀਰ ਸਰੂਰ ਤੋਂ ਵੀ। ਹੁਣ ਉਹ ਨਹੀਂ ਯਾਦ ਹੈਗਾ ਸਰੀਰ ਤੇ ਭਸਮ ਨਹੀਂ ਯਾਦ ਹੈਗੀ। ਹੁਣ ਦਾਜਤ ਦੇਵ ਪੁਕਾਰੇ। ਹੁਣ ਤਾਂ ਉਹ ਮਤਲਬ ਹੈ ਜੰਗ ਸਭ ਕੁਝ ਭੁੱਲ ਗਏ। ਉਹ ਥੱਲੇ ਵਾਲਾ ਭੇਸ ਭੂਸ ਸਭ ਭੁੱਲੇ ਹੋਏ ਨੇ। ਦਾਜਤ ਦੇਵ ਪੁਕਾਰੇ। ਦਾਜਤ ਦੇ ਪੁਕਾਰੇ। ਅੰਦਰ ਉਹਨਾਂ ਦੇ ਐ ਵੀ ਜਿਵੇਂ ਜਿਹੜਾ ਅੰਤਰਾਤਮਾ ਹੈ ਉਹ ਗੱਲਾਂ ਨਾਲ ਉਹ ਅੱਗ ਹੈ ਉਹਦੇ ਅੰਦਰ ਵਰਸਦੀ। ਦੇਵ ਦੇ ਅੰਦਰ ਅੱਗ ਲੱਗੀ। ਅੱਗਾ ਨਾ ਮੈਨੂੰ ਅੱਗ ਲੱਗੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋਈਆਂ ਨਾ ਖੋਚ ਨੇ ਸਾਰੇ। ਉਹ ਜਾ ਕੇ ਆ ਨਾ ਵੀ ਤੁਸੀਂ ਸਰ ਬਣਾ ਦਿਓ। ਉਹ ਕਹਿੰਦੇ ਵੀ ਸਾਡੇ ਤਾਂ ਅੰਦਰ ਅੱਗ ਲੱਗੀ ਪਈ। ਉਹਨਾਂ ਦੇ ਅੰਦਰ ਅੱਗ ਲੱਗੀ ਪਈ। ਦਾਜ ਦੇਵ ਦੇਵ ਜਿਹੜਾ ਦੱਜ ਗਿਆ ਉਹਨਾਂ ਦਾ ਨਾ ਪੁਕਾਰੇ। ਉਹ ਪੁਕਾਰਦੇ ਨੇ ਵੀ ਹੁਣ ਅਸੀਂ ਇੱਕ ਸਰਾ ਕਰਕੇ ਹੀ ਹਟਾਂਗੇ। ਹਮ ਮਤ ਮੰਦ ਚਰਨ ਸ਼ਰਨਾਗਤੀ ਕਾਹੇ ਨਾ ਲੇਤ ਉਭਾਰੇ। ਹਾਂ ਮਤ ਮੰਦ ਚਰਨ ਸ਼ਰਨਾਗਤ ਕਾਹੇ ਨ ਲੇਤ ਉਭਾਰੇ। ਅਸੀਂ ਮੰਦ ਮਤ ਹਾਂ, ਤੇਰੇ ਚਰਨਾਂ ਦੀ ਛਣ ਵਿੱਚ ਆ, ਸਾਨੂੰ ਉਦੋਂ ਉੱਪਰ ਚੁੱਕ ਲੈ। ਇਹਦੇ ਨੂੰ ਸਰੀਰ ਛੱਡਣਾ ਮੰਨ ਲਿਆ ਪਰ ਰਣ ਭੂਮੀ ਨਹੀਂ ਛੱਡਦੇ। ਕਾਹੇ ਨਾ ਲੇਤ ਉਭਾਰੇ। ਉਭਾਰੇ ਵੀ ਜੇ ਮਤਲਬ ਹੈ ਅਸੀਂ ਨਹੀਂ ਵੀ ਸਾਨੂੰ ਉਹਨਾਂ ਗਿਆਨ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਭੇਖ ਛੱਡਦੀ, ਅਸੀਂ ਜਟਾਉਂ ਲਾ ਦਈਏ। ਇਹ ਤਾਂ ਅਸੀਂ ਪਰਮੇਸ਼ਰ ਦੀ ਗੱਲ ਹੈ। ਉਹਨੂੰ ਕਹਿ ਰਹੇ ਨੇ ਵੀ ਉਹ ਉੱਪਰ ਸਾਨੂੰ ਸਾਡੀ ਬੁੱਧੀ ਦਵੇ ਤੋਂ ਉੱਪਰ ਚੁੱਕ ਲਵੇ। ਪਰ ਇਹ ਅਸੀਂ ਦੱਤ ਨੂੰ ਨਹੀਂ ਛੱਡਦੇ, ਜੋ ਮੰਨਦੇ ਨਹੀਂ ਛੱਡਣਾ। ਦੱਤ ਨੂੰ ਭੁੱਲਣਾ ਨਹੀਂ ਮੰਨਦੇ, ਦੱਤ ਨੂੰ ਛੱਡਣਾ ਨਹੀਂ ਮੰਨਦੇ। ਚਾਹੇ ਦੱਤ ਵਾਲੇ ਕੋਲ ਉਹਨਾਂ 'ਚ ਹੈ ਚਾਹੇ ਨਹੀਂ ਹੈ। ਜਿਵੇਂ ਸਿੱਖ ਨੇ ਗੁਰੂਆਂ ਨੂੰ ਨਹੀਂ ਕਹਿੰਦੇ ਵੀ ਵਿਸਰ ਜੀ ਅਸੀਂ, ਚਾਹੇ ਕੋਲ ਇਹਨਾਂ 'ਚ ਹੈ ਚਾਹੇ ਨਹੀਂ ਹੈ। ਇਹ ਸਿਰੜ ਹੈ, ਇਹ ਸਿਰੜ ਹੈ। ਇਹ ਉਹ ਸਿਰੜ ਦਾ ਖੈਰ ਪੂਰਾ ਗਿਆਨ ਨਾ ਹੁੰਦਾ। ਇਹ ਵੀ ਇੱਕ ਕਿਸਮ ਦਾ ਇਹਨਾਂ ਦਾ ਸਿਰੜ ਹੈ। ਅਗਿਆਨਤਾ ਹਠਯੋਗ ਹੈ, ਹਠਯੋਗ।